आज के सत्संग की शुरुआत करते हैं और इनवाइट करते हैं डॉक्टर अंकल को। डॉक्टर अंकल प्लीज आएं और सत्संग की शुरुआत करें। जय गुरु जी, सब संगत को प्रणाम। सो जैसा हुक्म है, तो गुरु जी के साथ जो जर्नी है या रब के साथ जो जर्नी है वो तो इंडिविजुअलिस्टिक होती है, अपनी अपनी होती है। पर जब जो उसकी मंजिल है, भगवान हमारे गुरु जी सदाशिव, उनके साथ जब साक्षात्कार हो जाए तो सारे रास्ते वहीं मिलते हैं। तो चाहे और हमारे गुरु जो जहां पे है उसको वहीं पे मिलते हैं। तो मेरा पहली बारी फॉर्म के हिसाब से शुरू हुआ 2001 में। मैं छोटे मंदिर आया था भैया भाभी के साथ, वो पहले जुड़े थे मेरे से। और मैं उस वक्त, मैं डॉक्टर हूं तो उस वक्त मैं पीजीआई में था चंडीगढ़ में। आया तो गुरुजी जब किचन कैबिनेट पे बैठे थे, किचन के साथ जो कैबिनेट है छोटे मंदिर में, वहां गुरुजी बैठे थे और भाभी ने इन्हें भी इंट्रोड्यूस कराया कि ये मेरा देवर है। फिर गुरुजी ने क्या, ठीक है, चंगा मुंडा है। एंड देन भाभी सेड वन थिंग कि गुरुजी लंदन जाना चाहता है, जबकि दैट वाज जस्ट ए गल करते सी, कदी ਇਹੋ ਜਿਹਾ ਕੁਝ ਪਲਾਨ ਨਹੀਂ ਕੀਤਾ ਸੀ। ਤੇ ਗੁਰੂ ਜੀ ਨੇ ਕਿਹਾ ਤੂੰ ਤਾਂ ਹੀ ਆਇਆ ਹੈ? ਮੈਂ ਕਿਹਾ ਨਹੀਂ ਗੁਰੂ ਜੀ, ਹਲੇ ਇਸ ਤਰ੍ਹਾਂ ਨਹੀਂ ਹੈ। ਐਂਡ ਦੈਨ ਗੁਰੂ ਜੀ ਸੈਡ ਚੱਲ ਦਿੱਲੀ ਆ ਜਾ। ਨਾਓ ਲੁਕਿੰਗ ਬੈਕ ਸਮਝ ਆਉਂਦਾ ਹੈ ਕਿ ਗੁਰੂ ਜੀ ਦੇ ਦਰਬਾਰ 'ਚ ਜਾਂ ਗੁਰੂ ਜੀ ਦੇ ਇੱਕ ਵੀ ਅਕਸ਼ਰ, ਭਾਵੇਂ ਮਜ਼ਾਕ ਹੋਵੇ ਭਾਵੇਂ ਡਾਂਟ ਹੋਵੇ, ਉਹ ਵੀ ਖਾਧੀ ਹੋਈ ਹੈ, ਪਰ ਉਹ ਲਾਈਫ ਦਾ ਸਾਰ ਹੈ, ਉਹ ਜ਼ਿੰਦਗੀ ਦਾ ਸਾਰ ਹੈ। ਤੇ ਜੋ ਉਹਨਾਂ ਨੇ ਹੁਣ ਕਿਹਾ ਸੀ ਹੱਲੇ ਵੀ ਸਮਝ ਨਹੀਂ ਆਉਂਦਾ, ਪਰ ਉਹਨਾਂ ਨੇ ਕਿਹਾ ਦਿੱਲੀ ਆ ਜਾ। ਤੇ ਉਹਦੇ ਵਿੱਚ 2 ਸਾਲਾਂ 'ਚ ਫਿਰ ਮੈਂ, ਜਾਂ 3 ਸਾਲਾਂ 'ਚ ਦਿੱਲੀ 'ਚ ਸੀ, 2 ਸਾਲਾਂ 'ਚ। ਨੋਟ ਕਿ ਮੇਰਾ ਉਦੋਂ ਕੋਈ ਪਲਾਨ ਵੀ ਹੈਗਾ ਸੀ, ਪੀਜੀਆਈ 'ਚ ਮੈਂ ਹੈਗਾ ਸੀ, ਪੀਜੀਆਈ 'ਚ ਫੈਕਲਟੀ ਪੋਸਟ ਮੈਂ ਚਾਹੁੰਦਾ ਸੀ, ਉਹ ਮਿਲੀ ਵੀ ਭਾਵੇਂ ਟੈਂਪਰੇਰੀ ਅੱਗੇ ਵੀ, ਬਟ ਹੀ ਹੈਡ ਸੈਡ ਸੋ ਇਟ ਹੈਡ ਟੂ ਹੈਪਨ। ਉਹ ਆਪਣੀ ਸੰਗਤ ਹੈ, ਸਭ ਜਾਣਦੇ ਹੈ। ਆਏ ਦਿੱਲੀ ਆਏ ਤੇ ਉੱਥੋਂ ਫਿਰ ਸਵਰਗ ਸ਼ੁਰੂ ਹੋਇਆ। ਪੰਜਾਬ 'ਚ ਵੀ ਦਪਿੰਦਰ ਅੰਕਲ ਗੱਦੀ ਲਾਉਂਦੇ ਸੀ ਮਹੀਨੇ 'ਚ ਇੱਕ ਵਾਰੀ, ਤੇ ਉਦੋਂ ਸਾਡੇ ਡਬਲ ਮਜ਼ੇ ਹੁੰਦੇ ਸੀ। ਪੰਜਾਬ ਦੀ ਪੱਕੀ ਬਾਣੀ ਤੇ ਇੱਥੇ ਫਿਰ ਦਿੱਲੀ ਵਾਲੀ ਵੀ ਗੁਰੂ ਜੀ ਸੁਣਾਉਂਦੇ ਹੁੰਦੇ ਸੀ ਦੋਵੇਂ। ਆਏ ਤੇ ਸਵਰਗ ਸ਼ੁਰੂ ਹੋਇਆ। ਕੋਈ ਮਿਰਾਕਲ ਨਹੀਂ। ਗੁਰੂ ਜੀ ਕਹਿੰਦੇ ਸੀ ਕਾਲੀ ਵਿੱਚ ਚਮਤਕਾਰ ਨੂੰ ਨਮਸਕਾਰ। ਕੋਈ ਚਮਤਕਾਰ ਨਹੀਂ, ਮਤਲਬ ਜਾਂ ਇਸ ਤਰ੍ਹਾਂ ਬਿਆਨ ਹੋਵੇ ਸ਼ੁਰੂ ਤੋਂ ਕਿ ਇਹਦੇ ਨਾਲ ਹੋਇਆ, ਤੇ ਫਿਰ ਸਮਝ ਆਈ। ਗੁਰੂ ਦੀ ਮਿਹਰ ਸੀ ਕਿ ਹੌਲੀ ਹੌਲੀ ਸਤਸੰਗ 'ਚ ਜਾਂਦੇ ਗਏ, ਬਹਿੰਦੇ ਗਏ। ਪਹਿਲਾਂ ਸ਼ਾਇਦ ਚਲੋ ਜੀ ਵੀਰ ਜੀ ਜਾਂਦੇ, ਭਾਬੀ ਜਾਂਦੇ, ਚਾਹੀਏ, ਫਿਰ ਠੀਕ ਹੈ ਗੁਰੂ ਨੇ ਜਾਈਏ, ਫਿਰ ਆਪਣੇ ਆਪ ਇਹੀ ਸਭ ਕੁਛ ਹੈ, ਇਹੀ ਸਦਾਸ਼ਿਵ ਹੈ। ਜਿਸ ਤਰ੍ਹਾਂ ਉਹਨਾਂ ਨੇ ਸੋਚ ਦਿੱਤੀ, ਸਮਝ ਦਿੱਤੀ, ਵਿਸ਼ਵਾਸ ਬਣਦਾ ਗਿਆ। ਪਰ ਚਮਤਕਾਰ ਹੋਇਆ ਵੀ। ਚਮਤਕਾਰ ਜਿਹੜਾ ਹੁਣ ਸਮਝ ਆਉਂਦਾ, ਸਭ ਤੋਂ ਵੱਡਾ ਸੀ ਦਰਸ਼ਨ। ਤੇ ਉਦੋਂ ਅਸੀਂ ਆਪਣੇ ਆਪ ਹੀ, ਦਿਸ ਇਜ਼ ਅਗੇਨ ਟਰੂ, ਪਤਾ ਨਹੀਂ ਕੀ ਮਨ 'ਚ ਰਜਾ ਆਈ ਹੈ, ਗੁਰੂ ਜੀ ਨੇ ਬਖਸ਼ਿਸ਼ ਕੀਤੀ, ਅਸੀਂ ਵੱਡੇ ਮੰਦਿਰ ਚਲੇ ਗਏ। ਕੋਈ ਫੰਕਸ਼ਨ ਨਹੀਂ, ਕੁਛ ਨਹੀਂ, ਮਤਲਬ ਹੁਣ ਵੀ ਨਹੀਂ ਪਤਾ ਕਿਉਂ ਗਏ ਸੀ। ਸ਼ਾਇਦ ਭਾਬੀ ਨੇ ਸ਼ਿਵ ਪਲਾਨ ਪੂਰਾ ਕੀਤਾ ਸੀ, ਜੋ ਵੀ ਸੀ। ਵੀ ਵੈਂਟ ਦੇਅਰ ਤੇ ਸਮਝ ਲਓ ਅਸੀਂ 3-4 ਹੋਵਾਂਗੇ ਉੱਥੇ, 4 ਜਾਂ 10 ਬੰਦੇ। ਤੇ ਅਚਾਨਕ ਆ ਗਿਆ ਜੀ ਮੈਸੇਜ, ਗੁਰੂ ਜੀ ਆ ਰਹੇ ਨੇ। ਤੇ ਗੁਰੂ ਜੀ, ਮਤਲਬ ਉਹਦਾ ਦਿਲ ਦੀ ਧੜਕਣ ਵੱਧ ਜਾਂਦੀ ਸੀ, ਤੁਹਾਡੀ ਸੋਚ ਬੰਦ ਹੋ ਜਾਂਦੀ ਹੈ, ਐਕਸਾਈਟਮੈਂਟ ਵੀ ਹੁੰਦੀ ਹੈ। ਗੁਰੂ ਜੀ ਆ ਗਏ। ਤੇ ਉਸ ਦਿਨ ਅਜੀਬ ਜੀ ਗੱਲ ਸੀ ਕਿ ਸ਼ਾਇਦ ਉਹ, ਜੇ ਮੈਂ ਵੈਸੇ ਉਹ ਫਸਟ ਟਾਈਮ ਸੀ ਜਾਂ ਕਿਹੜਾ ਟਾਈਮ ਸੀ, ਉਹਨਾਂ ਨੇ ਪੁੱਛਿਆ ਕਿ ਹਾਂ ਵੀ ਕਿਸ ਤਰ੍ਹਾਂ ਆਏ ਹੋ। ਅਸੀਂ ਕਿਹਾ ਜੀ ਸ਼ਿਵਪੁਰਾਂ ਦਾ ਭੋਗ ਪਾਉਣ ਆਏ, ਅਸੀਂ ਪੜ੍ਹੇ ਹਾਂ। ਪਹਿਲਾਂ ਸ਼ਾਇਦ ਮੇਰੇ ਕੋਲੋਂ, ਫਿਰ ਮੇਰੀ ਵਾਈਫ ਕੋਲੋਂ ਪੁੱਛਿਆ। ਹੁਣ ਅਸੀਂ ਸੋਚਦੇ ਹਾਂ ਗੁਰੂ ਜੀ ਕਹਿੰਦੇ ਨੇ ਕਿਹੜੇ ਆਏ ਹੈ ਸ਼ਿਵਪੁਰਾਂ ਪੜ੍ਹ ਕੇ। ਪਰ ਫਿਰ ਉਹਨਾਂ ਨੇ ਮੰਦਿਰ ਦੀ ਸੀੜੀਆਂ ਥੱਲੇ ਜਦੋਂ ਮੱਥਾ ਟੇਕਿਆ ਤੇ ਪੁੱਛਿਆ ਕਿੱਥੋਂ ਹੈ, ਕਿੱਥੋਂ ਆਏ। ਹੁਣ ਦੇਖੋ ਆਪਣੀ ਸਮਝ ਨਾਲ ਜਵਾਬ ਦੇਈਦਾ ਹੈ ਨਾ ਜੀ। ਮੈਂ ਮੇਰੇ ਪੇਰੈਂਟਸ ਦਾ ਘਰ ਤੇ ਵੀਰ ਜੀ ਦਾ ਘਰ ਮਯੂਰ ਵਿਹਾਰ, ਕਹਿੰਦੇ ਲੱਗਦਾ ਨਹੀਂ। ਆਪਾਂ ਮੱਥਾ ਟੇਕਤਾ, ਗੁਰੂ ਕਿੱਥੋਂ ਬੋਲਦਾ, ਕਿੱਥੋਂ ਸਮਝ ਆਣਾ ਸੀ। ਪਰ ਹੁਣ ਜੇ ਮੈਂ ਪਿੱਛੇ ਮੁੜ ਕੇ ਵੇਖਾਂ ਤੇ ਮੈਂ 12ਵੀਂ ਦੇ ਬਾਅਦ ਕਲਕੱਤੇ 'ਚ ਆਪਣੀ MBBS ਕੀਤੀ, ਚੰਡੀਗੜ੍ਹ 'ਚ PGI ਕੀਤੀ,
2005 ਤੋਂ ਯੂਕੇ ਚ ਹਾਂ ਤੇ ਹੈ ਨਾ ਮੰਮੀ ਡੈਡੀ ਦੀ ਸੇਵਾ ਜੋ ਵੀ ਐਸਾ ਵੀਰ ਜੀ ਨੇ ਕੀਤੀ ਹੈ। ਮੀਰ ਵਿਹਾਰ ਚ ਮੇਰਾ ਟਾਈਮ ਥੋੜਾ ਹੀ ਸੀ। ਸੋ ਮੈਨੇ ਇਹ ਕਿ ਗੁਰੂ ਨੂੰ ਸਮਝਣ ਦੀ ਲੋੜ ਹੀ ਨਹੀਂ ਹੈ। ਗੁਰੂ ਚੇਲੇ ਦਾ ਜੋ ਰਿਲੇਸ਼ਨ ਹੈ ਹੁਕਮ ਹੈ, ਹੁਕਮ ਮੰਨੋ ਤਾਂ ਗੁਰੂ ਹੈ, ਨਹੀਂ ਤਾਂ ਨਹੀਂ। ਤੇ ਸਾਡੇ ਗੁਰੂ ਤੇ ਸਾਰੇ ਜਾਣਦੇ ਹੈ, ਆਲ ਪ੍ਰੈਕਟੀਕਲ ਨੋ ਥਿਉਰੀ। ਉਹ ਵੀ ਉਹਨਾਂ ਦੀ ਮਿਹਰ ਸੀ, ਕਿਉਂਕਿ ਜੇ ਥਿਉਰੀ ਚ ਪੈ ਜਾਈਏ ਤੇ ਫਿਰ ਸਾਰੀ ਜ਼ਿੰਦਗੀ ਨਿਕਲੀ ਹੋਈ ਹੈ ਪਹਿਲਾਂ ਵੀ। ਜਿਸ ਤਰ੍ਹਾਂ ਪਹਿਲਾਂ ਕਹਿੰਦੇ ਸੀ ਕਿ ਲੌਜਿਕ ਨਾ ਲਾਓ, ਉਹ ਵੀ ਉਹਨਾਂ ਦੀ ਮਿਹਰ ਹੈ, ਕਿਉਂਕਿ ਜੇ ਮੈਂ ਲੌਜਿਕ ਕਦੀ ਲਾਈ, ਜੇ ਇਨਵਰਡ ਲਾਈ ਹੈ ਲੌਜਿਕ, ਤੇ ਫਿਰ ਸੋਚਿਆ ਕਿ ਅਸੀਂ ਕੱਕਪਤੀ ਹਾਂ, ਲੱਖਪਤੀ ਹਾਂ, ਕਰੋੜਪਤੀ ਹਾਂ, ਕੀ ਹਾਂ, ਕੀ ਪੜ੍ਹਾਈ ਹੈ, ਡਾਕਟਰ ਹਾਂ, ਕੀ ਹੈ, ਕੋਈ ਕਰਮ ਵੱਡੇ ਹੈ, ਕੀ ਕਰਮ ਹੈ। ਠੀਕ ਹੈ, ਚਲੋ ਬਹੁਤ ਸੋਚਿਆ ਕਿ ਚਲੋ ਰਿਸ਼ਵਤ ਨਹੀਂ ਲੈਂਦੇ, ਪਰ ਉਹ ਵੀ ਜੇ HOD ਕਹਿ ਦੇ ਕਿ ਇਹਨੂੰ ਵੇਖਣਾ ਹੈ, ਇਹ ਮੇਰੇ ਇੱਥੋਂ ਆਇਆ ਉੱਥੋਂ ਆਇਆ, ਤੇ ਉਹ ਵੀ ਅਸੀਂ ਵੇਖਦੇ ਹੀ ਹਾਂ। ਤੇ ਬਾਕੀ ਪਾਪ ਤੇ ਖੂਬ ਸੀ। ਸੋ ਕਿਹੜਾ ਕਰਮ ਹੈ, ਕਿਹੜਾ ਜਨਮ ਹੈ ਜਿਹਦੇ ਨਾਲ ਕਿ ਰੱਬ ਮਿਲ ਜਾਏ। ਤੇ ਇਹਦੇ ਵਾਸਤੇ ਸਾਡੇ ਉੱਤੇ ਮਿਹਰ ਸੀ ਕਿ ਕਹਿੰਦੇ ਸੀ ਲੌਜਿਕ ਨਾ ਲਾਓ, ਨਹੀਂ ਤੇ ਕੁਛ ਵੀ ਨਹੀਂ ਹੈਗਾ ਜਿਹਦੇ ਨਾਲ ਰੱਬ ਆਵੇ। ਸੱਚਖੰਡ ਤੋਂ ਨਾਲ ਬੈਠੇ, ਛੂਨ ਦੇ ਤੇ ਦਰਸ਼ਨ ਦੇ, ਤੇ ਉਹ ਸਵਰਗ ਸੀ। ਵੱਡੇ ਮੰਦਰ ਅਸੀਂ ਪਹੁੰਚ ਜਾਣਾ। ਵੱਡੇ ਮੰਦਰ ਗੁਰੂ ਜੀ ਨੇ ਉਦੋਂ ਕਹਿ ਲਓ ਕਿ ਐਸਾ ਬਣ ਗਿਆ ਸੀ ਕਿ ਅਸੀਂ ਜਾਣਾ ਤੇ ਗੁਰੂ ਜੀ ਨੇ ਵੀ ਆ ਹੀ ਜਾਣਾ ਫ੍ਰੀਕੁਐਂਟਲੀ। ਉਹਦੇ ਚ ਨਿਊ ਈਅਰ ਈਵ ਵੀ ਸੀ, ਕੋਈ ਫੰਕਸ਼ਨ ਨਹੀਂ ਸੀ, ਕੁਛ ਨਹੀਂ ਸੀ, ਪਹੁੰਚ ਗਏ ਅਸੀਂ। ਤੇ ਮੇਰੀ ਵਾਈਫ ਨੇ, ਰਾਜ ਨੇ ਤੇ ਭਾਬੀ ਨੇ ਵੀ ਡਾਂਸ ਕੀਤਾ ਗੁਰੂ ਜੀ ਦੇ ਸਾਹਮਣੇ। ਉਹ ਹੁਣ ਭੁੱਲਦੇ ਨਹੀਂ ਹੈ ਨਿਊ ਈਅਰ ਈਵ, ਜਦੋਂ 10ਵੀਂ ਸੰਗਤ ਹੋਵੇ ਤੇ ਸਭ ਹੋ ਰਿਹਾ ਹੋਵੇ। ਫਿਰ ਇਸ ਤਰ੍ਹਾਂ ਗੁਰੂ ਜੀ ਨੇ ਇੱਕ ਦਿਨ, ਅਸੀਂ ਉੱਥੇ ਸੀ ਤੇ ਗੁਰੂ ਜੀ ਨੇ ਕਿਹਾ, ਤੁਹਾਨੂੰ ਪਤਾ ਹੁੰਦਾ ਕਿ ਕਦੇ ਕਦੇ ਗੁਰੂ ਜੀ ਗੱਲ ਕਰ ਰਹੇ ਹੁੰਦੇ ਆ, ਪਰ ਤੁਹਾਡੇ ਵਾਸਤੇ ਵੀ ਹੁੰਦੀ ਉਹ ਗੱਲ, ਉਹਨਾਂ ਦੇ ਅੱਖਾਂ ਤੋਂ ਜਾਂ ਜਿਸ ਤਰ੍ਹਾਂ ਵੀ ਗੁਰੂ ਜੀ ਕਈ ਤਰੀਕੇ ਨਾਲ ਸਮਝਾਉਂਦੇ ਹਨ। ਉਹਨਾਂ ਨੇ ਕਿਹਾ ਮੰਡੇ ਨੂੰ ਸੇਵਾ ਕਰਿਆ ਕਰੋ। ਸੋ ਦੈਟ ਇਜ਼ ਹਾਊ ਵੀ ਵਰ ਬਲੈਸਡ ਟੂ ਬੀ ਪਾਰਟ ਆਫ ਦੀ ਬੜੇ ਮੰਦੇ ਸੇਵਾ ਸ਼ੁਰੂ ਤੋਂ। ਤੇ ਉਹ ਜੀ ਸਵਾਦ ਸੀ, ਜਲੇਬੀ ਪ੍ਰਸ਼ਾਦ, ਚਾਹ ਪ੍ਰਸ਼ਾਦ, ਮੀਚ ਸੇਵਾ ਕਰਨੀ, ਉਹ ਅਲੱਗ ਸਮਾਂ ਸੀ। ਵੈਸੇ ਪੁਰਾਣੀ ਸੰਗਤ, ਨਵੀਂ ਸੰਗਤ, ਕੋਈ ਫਰਕ ਨਹੀਂ। ਜੋ ਜੁੜੇ ਆ ਅਸੀਂ ਪਿਛਲੇ ਕਰਮਾਂ ਤੋਂ ਜੁੜੇ ਆ, ਗੁਰੂ ਜੀ ਨੇ ਦੱਸਿਆ ਹੋਇਆ ਕਿ ਪਿਛਲੇ ਜਨਮਾਂ ਤੋਂ ਜੁੜੇ ਆ। ਪਰ ਉਹ ਜੋ ਸਵਾਦ ਸੀ ਉਹ ਚੱਲਿਆ ਦਿੱਲੀ ਚ 2 ਸਾਲ। ਫਿਰ ਜਿਸ ਤਰ੍ਹਾਂ ਹੁੰਦਾ ਹੈ, ਗੁਰੂ ਜੀ ਜਾਣਦੇ, ਗੁਰੂ ਜੀ ਦੀ ਇੱਕ ਦਿਨ ਗੁਰੂ ਜੀ ਨੇ ਕਹਿਤਾ ਭਈ ਹੁਣ ਹਫਤੇ ਚ ਇੱਕ ਦਿਨ ਆਣਾ ਹੈ। ਬਸ ਉਹ ਸਮਝੋ ਕਿ ਪਿਆਰ ਪਿਆ ਹੁੰਦਾ ਤੇ ਜ਼ਮੀਨ ਸਿਰ ਜਾਂਦੀ ਹੈ ਪੈਰਾਂ ਥੱਲੋਂ। ਪਹਿਲਾਂ ਰਾਜ ਨੂੰ ਕਿਹਾ, ਮੈਂ ਕਿਹਾ ਚਲੋ ਸ਼ਾਇਦ ਮੈਂ ਆਪਣੇ ਫੇਰ ਟਰਾਈ ਕਰ ਲਾਂ। ਮੈਂ ਕਿਹਾ ਗੁਰੂ ਜੀ ਕੋਲ, ਗੁਰੂ ਜੀ ਜਿਹੜਾ ਤੁਸੀਂ ਕਿਹਾ ਕਿ ਹਫਤੇ ਚ ਇੱਕ ਵਾਰੀ ਆਣਾ ਰਾਜ ਵਾਸਤੇ ਕਿ ਮੇਰੇ ਵਾਸਤੇ ਵੀ ਹੈ। ਉਹਨੇ ਪਤਾ ਹੁੰਦਾ ਹੈ ਨਾ ਕਿ ਇਹ ਕਿਹੋ ਜਿਹੇ ਬੰਦੇ ਨੇ, ਕਹਿੰਦੇ ਨਹੀਂ ਤੇਰੇ ਵਾਸਤੇ ਵੀ ਹੈ। Not it was a blessing ਘਟੀ ਉਸ ਤਰ੍ਹਾਂ ਹੋਈ, but the very fact that I am going to confirm, whereas it is quite clear. So ਜਿਹੜਾ ਮਿਰਾਕਲ ਸੀ, ਇੱਕ ਦਰਸ਼ਨ ਸੀ, ਇੱਕ ਸੇਵਾ ਸੀ। ਇਹਨਾਂ ਦੋਵਾਂ ਚ ਚਲਦੇ 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 ਜੋ ਪ੍ਰਸ਼ਨ ਹੋਣੇ ਆਪਣੇ ਆਪ ਗੁਰੂ ਜੀ ਦੇ ਸ਼ਬਦਾਂ ਜਾਂ ਸੰਗਤ ਜਾਂ ਸਤਸੰਗ ਚ ਜਵਾਬ ਮਿਲਦੇ ਜਾਣੇ। ਦੋ ਚੀਜ਼ਾਂ ਗੁਰੂ ਜੀ ਦੀ ਇੱਕ ਸਭ ਤੋਂ ਵੱਡੀ ਮਿਹਰ ਰਹੀ ਹੈ ਕਿ ਉਹਨੇ ਸਭ ਕੁਝ ਵਿਖਾਇਆ। ਜਿਹੜਾ ਹੁੰਦਾ ਆਲ ਪ੍ਰੈਕਟੀਕਲ ਨੋ ਥਿਉਰੀ ਸੀ ਉਹ ਵਿਖਾਇਆ ਉਹਨਾਂ ਨੇ। ਜੋ ਉਹਨਾਂ ਨੇ ਕਿਹਾ ਕੀੜੇ ਆ ਅਸੀਂ, ਉਹ ਵੀ ਵਿਖਾਇਆ ਕਿ ਸੰਗਤ ਕੀੜੀ ਹੈ, ਕੀੜਾ ਹੈ ਜਾਂ ਮੈਂ ਕੀੜਾ ਹੂੰ, ਉਹਨਾਂ ਨੇ ਬਿਲਕੁਲ ਸਾਖਸ਼ਾਤ ਵਿਖਾਇਆ ਹੋਇਆ। ਤੇ ਜਰਨੀ ਵੱਡਾ ਹਿੱਸਾ ਸਾਇਲੈਂਸ ਸੀ। ਗੁਰੂ ਜੀ ਨਾਲ ਗੱਲਾਂ ਹੋਣੀਆਂ ਤੇ ਜਿਹੜੀ ਗੁਰੂ ਜੀ ਨੇ ਮਿਹਰ ਕੀਤੀ ਸੀ ਕਿ ਕਦੀ ਮੰਗਿਆ ਨਹੀਂ, ਕੌਨਸ਼ੀਅਸਲੀ ਕੋਈ ਪਦਾਰਥ ਨਹੀਂ ਮੰਗਿਆ। ਉਹਨਾਂ ਗੁਰੂ ਜੀ ਨੇ ਆਪਣੇ ਆਪ ਸਤਸੰਗ ਸਮਝਾਤਾ ਸੀ। ਤੇ ਜਿਸ ਤਰ੍ਹਾਂ ਤੁਸੀਂ ਜਿੰਦੇ ਜਾਂਦੇ ਹੋ ਤੇ ਜਿਸ ਤਰ੍ਹਾਂ ਤੁਹਾਨੂੰ ਫਿਰ ਗੁਰੂ ਜ਼ਿੰਦਗੀ ਦਿੰਦਾ ਹੈ, ਫਿਰ ਉਹ ਸਮਝ ਵੀ ਆਉਂਦੇ ਕਿ ਕਿਉਂ ਕਹਿੰਦਾ ਗੁਰੂ ਇਸ ਤਰ੍ਹਾਂ। ਤੇ ਜਦੋਂ ਆਲ ਪ੍ਰੈਕਟੀਕਲ ਨੋ ਥਿਉਰੀ ਹੈ, ਫਿਰ ਉਹਦੇ ਬਾਅਦ ਜਿਹੜੇ ਗੁਰੂ ਜੀ ਦੇ 2-4
ਹੁਕਮਨਾਮੇ ਨੇ ਜਾਂ ਉਹਨਾਂ ਨੇ ਜੋ ਸਾਰ ਦਿੱਤਾ ਹੈ ਉਹ ਸਮਝ ਲਓ ਬਾਕੀ ਦੇ ਹਿਸਾਬ ਨਾਲ ਤੇ ਪਾਰਸ ਹੈ। ਜੋ ਪੋਥੀਆਂ ਪੜ੍ਹ ਕੇ ਹੋਣਾ ਸੀ ਉਹਨਾਂ ਨੇ 4 ਅਕਸ਼ਰਾਂ 'ਚ ਦੱਸਿਆ ਹੋਇਆ ਸੀ। ਜਾਂ ਐਸਾ ਕਹਿ ਲਓ ਕਿ ਇੱਕ ਲੁਹਾਰ ਦੀ 100 ਸੁਨਾਰ ਦੀ। ਸੋ ਇਹਦੇ ਵਾਸਤੇ ਜੋ ਗੁਰੂ ਜੀ ਨੇ ਕਿਹਾ ਉਹ ਨਾ ਮੰਨਣਾ ਤੇ ਫਿਰ ਮਤਲਬ ਫਾਇਦਾ ਕੀ ਹੈ। ਸੋ ਇੱਕ ਚੀਜ਼ ਸਮਝ ਆਈ, ਪਿਆਰ ਰੱਖੋ। ਫਿਰ ਜਿਹੜੀ ਵੱਡੀ ਗੱਲ ਸੀ ਜਿਹੜੀ ਨਹੀਂ ਹੁੰਦੀ ਪਰ ਸਮਝ ਆ ਗਈ ਸੀ ਕਿ ਸਬਮਿਸ਼ਨ, ਨੀਵੇਂ ਹੋ ਜਾਓ। ਉਹ ਗੁਰੂ ਦੀ ਮਿਹਰ ਹੁੰਦੀ ਹੈ। ਨੀਵਾਂ ਅਸੀਂ ਤੇ ਕੀ ਹੋਣਾ ਹੈ, ਕਿਉਂਕਿ ਆਪਣੇ ਆਪ 'ਚ ਹੀ ਰਹਿੰਦੇ ਆ। ਜੇ ਪ੍ਰੋਫੈਸ਼ਨਲ ਵਰਲਡ 'ਚ ਜਾਈਏ ਉੱਥੇ ਫਿਰ ਆਪਣਾ ਕੰਮ ਵਿਖਾਉਣਾ ਪੈਂਦਾ ਹੈ। ਆਪਣਾ ਕਰਦੇ ਕਰਦੇ ਝੁਕਣਾ ਬਹੁਤ ਮੁਸ਼ਕਿਲ ਹੈ। ਉਹੀ ਗੁਰੂ ਦੀ ਮਿਹਰ ਹੈ ਕਿ ਉਹ ਮੰਦਰਾਂ ਤੋਂ ਉੱਚਾ ਹੈ, ਮਸਜਿਦ ਤੋਂ ਉੱਚਾ ਹੈ, ਗਿਰਦਰ ਤੋਂ ਵੀ ਉੱਚਾ ਹੀ ਹੈ। ਕਿਉਂਕਿ ਜਨੇਊ 'ਚ ਅੱਲਾ ਵੇਖਣਾ ਮੁਸ਼ਕਿਲ ਹੈ, ਕ੍ਰਾਸ 'ਚ ਰੱਬ ਵੇਖਣਾ, ਮਤਲਬ ਕ੍ਰਿਸ਼ਨ ਜਾਂ ਉਹ ਵੇਖਣੇ ਮੁਸ਼ਕਿਲ ਨੇ, ਪਰ ਸਾਡੇ ਗੁਰੂ ਸਾਰੇ ਦਰਸ਼ਨ ਕਰਾਉਂਦੇ। ਇਹਨਾਂ 'ਚ ਉੱਚਾ ਉਠਾ ਕੇ ਸਾਰੇ ਦਰਸ਼ਨ ਕਰਾਉਂਦੇ, ਤਾਂ ਹੀ ਸਾਰੇ ਇੱਥੇ ਜੋ ਨਹੀਂ ਮੰਨਦੇ ਉਹਨਾਂ ਨੂੰ ਮਿਲਦੇ। ਇਸ ਤਰ੍ਹਾਂ ਚੱਲਦਾ ਰਿਹਾ, ਮਿਹਰ ਹੁੰਦੀ ਰਹੀ। ਇਹਨਾਂ ਮੇਰੇ ਭਾਂਜੇ ਦੀ ਐਪੀਲੈਪਸੀ ਠੀਕ ਹੋਈ, ਮੇਰੇ ਮੰਮੀ ਦਾ ਅਗੇਂਸਟ ਕਾਰਡੀਓਲੋਜਿਸਟ ਇੰਟਰਵੈਂਸ਼ਨਸ ਐਂਜਾਈਨਾ ਠੀਕ ਹੋਇਆ, ਮਿਹਰ ਚੱਲਦੀ ਰਹੀ। ਐਂਡ ਦੈਨ ਜੋ ਸਵਾਦ ਆ ਜਾਏ ਕਿ ਇਹ ਰੱਬ ਹੈ। ਪਹਿਲੀ ਵਾਰ ਜਦੋਂ ਸੇਵਾ ਕੀਤੀ ਸੀ ਫਿਰ ਛੋਟੇ ਮੰਦਿਰ ਵੀ ਗਏ ਸੀ ਤੇ ਉਦੋਂ ਗੁਰੂ ਜੀ ਨੇ ਅੱਖਾਂ ਮਟਕਾ ਕੇ ਵੇਖਿਆ ਸੀ। ਸੰਗਤ ਜਾਂਦੀ ਜਦੋਂ ਗੁਰੂ ਜੀ ਅੱਖਾਂ ਮਟਕਾਉਂਦੇ ਫਿਰ 2-3 ਦਿਨ ਨੀਂਦ ਨਹੀਂ ਆਉਂਦੀ। ਅਸੀਂ ਬੜੇ ਖੁਸ਼। ਫਿਰ ਲੰਡਨ ਦਾ ਚੈਪਟਰ ਵੀ ਸ਼ੁਰੂ ਹੋਇਆ। ਗੁਰੂ ਨੂੰ ਪਤਾ ਸੀ ਕਿ ਇਹਨੇ ਤੇ ਕੀ ਕਰਨਾ ਹੈ। ਫਿਰ ਗੁਰੂ ਜੀ ਸਾਡੇ ਮਿਹਰ ਕਰਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ ਚੱਲ ਇਹ ਲੈ ਆਈ, ਜਾਂ ਕੁਝ ਕੰਮ ਦੇ ਦਿੰਦੇ ਸੀ ਕਿ ਜਿਹਦੇ ਨਾਲ ਤੁਸੀਂ ਗੁਰੂ ਨਾਲ ਜੁੜੇ ਰਹੋ। ਜਿੰਨੇ ਤੁਹਾਡੇ ਕਰਮਾਂ ਨੂੰ ਤੁਹਾਨੂੰ ਚਾਹੀਦਾ ਕਿ ਉਦੋਂ ਗੁਰੂ ਤੁਹਾਡੇ ਤੇ ਮਿਹਰ ਕਰੇ ਹੁੰਦੀ ਰਹੇ। That is my interpretation. ਗੁਰੂ ਜੀ ਮਾਫ ਕਰਨ। ਸੋ ਮਤਲਬ ਉਸ ਤੋਂ ਪਹਿਲਾਂ ਵੀ ਮੈਂ ਸੇਮ ਕੰਸਟਰਕਟ ਜੌਬ ਵਾਸਤੇ ਜੌਬ ਆਫਰ ਹੀ ਹੋਈ ਸੀ। ਅਸੀਂ ਮਨਾ ਕਰਤਾ ਸੀ ਕਿਉਂਕਿ ਅਸੀਂ ਕਿਹਾ ਨਹੀਂ, ਅਸੀਂ ਪਹਿਲਾਂ ਵੇਖਣਾ ਹੈ। ਤੇ ਉਦੋਂ ਇਹਨਾਂ ਗੁਰੂ ਜੀ ਦਿੱਲੀ ਦਾ ਚੈਪਟਰ ਚੱਲ ਰਿਹਾ ਸੀ, ਖੂਬ ਮਜ਼ੇ ਸੀ। ਉਹਦੇ ਫਿਰ ਗੁਰੂ ਜੀ ਨੇ ਕਿਹਾ ਕਿ ਚਲੋ ਜੀ ਤੁਸੀਂ ਇਹ ਕਰਕੇ ਆਇਓ। ਉਹ ਅਸੀਂ ਤੇ ਕੀ ਕਰਨਾ ਸੀ, ਘੁੰਮੇ ਜੋ ਗੁਰੂ ਜੀ ਨੇ ਜਿਸ ਤਰ੍ਹਾਂ ਕਿਹਾ ਸੀ ਉਸ ਤਰ੍ਹਾਂ ਆ ਗਏ। ਅਕਲ ਤੇ ਪਹਿਲਾਂ ਵੀ ਘੱਟ ਸੀ, ਮਤਲਬ ਅੱਜ ਦੀ ਗੱਲ ਕੋਈ ਹੈ। ਤੇ ਉਹ ਜੋ ਸੀ ਉਹ ਹੁਣ ਜਾ ਕੇ ਗੁਰੂ ਜੀ ਚਰਨਾਂ 'ਚ ਬਹਿ ਗਏ। ਹੁਣ ਉਦੋਂ ਇਹ ਨਾ ਸਮਝ ਆਏ ਕਿ ਦੇਣੀ ਕਿਸ ਤਰ੍ਹਾਂ ਹੈ। ਲਾਈ ਡਾਂਟ, ਫਿਰ ਕਿਹਾ ਚੱਲ ਪਿੱਛੇ ਦੇਖਿਆ। ਫਿਰ ਸਮਝ ਆਇਆ ਉਹ ਕਰਨਾ ਕੀ ਸੀ ਉਹਨਾਂ ਨੇ। ਗੁਰੂ ਜੀ ਦਾ ਸਾਨੂੰ ਸਭ ਨੂੰ ਪਤਾ, ਜੇ ਗੁਰੂ ਜੀ ਕੁਝ ਮੰਗਾਉਂਦੇ ਸੀ ਉਹ ਤੁਹਾਡੇ ਕਲਿਆਣ ਵਾਸਤੇ ਹੁੰਦਾ। ਉਹੀ ਹੋਇਆ। ਫਿਰ ਜਦੋਂ ਰਿਜ਼ਲਟ ਆ ਗਿਆ, ਦਿਸ ਇਜ਼ ਦ ਮੋਮੈਂਟ ਆਈ ਰਿਮੈਂਬਰ। ਗੁਰੂ ਜੀ ਦੇ ਛੋਟੇ ਮੰਦਿਰ 'ਚ, ਗੁਰੂ ਜੀ ਦੇ ਚਰਨਾਂ 'ਚ। ਦ ਬਿਊਟੀ ਆਫ ਦ ਜਰਨੀ ਵਾਸ ਕਿ ਸਾਇਲੈਂਸ ਵਾਸ ਦ ਮੇਨ ਲੈਂਗੁਏਜ। ਜੋ ਵੀ ਗੁਰੂ ਜੀ ਨਾਲ ਸਮਝ ਆਈ ਨਹੀਂ ਆਈ, ਸ਼ਬਦਾਂ ਦੀ ਲੋੜ ਨਹੀਂ ਪਈ, ਪਰ ਜਦੋਂ ਵੀ ਗੱਲ ਕੀਤੀ ਗੁਰੂ ਜੀ ਨੇ ਸੁਣਿਆ। ਹੀ ਲੈਂਟ ਹਿਜ਼ ਈਅਰਸ। ਉਹਨਾਂ ਦੀ ਮਿਹਰ। ਉਹ ਤਾਂ ਕਹਿਣਾ ਜੇ ਸੱਚਖੰਡ ਤੋਂ ਆ ਕੇ ਜੇ ਸੁਣ ਵੀ ਲੈਂਦੇ ਸੀ ਤੇ ਮੈਂ ਕਿਹਾ ਗੁਰੂ ਜੀ ਤੁਹਾਡੀ ਕਿਰਪਾ ਨਾਲ ਹੋ ਗਿਆ, ਮਿਹਰ ਨਾਲ ਹੋ ਗਿਆ। The first words he said was, ਡਾਕਟਰ ਹਿੰਦੁਸਤਾਨ ਚ ਕੌਣ ਰੁਕੂ। ਹੁਣ ਇਹ ਹੁਣ ਗੁਰੂ ਜਾਣਦਾ ਹੈ ਨਾ। ਕੋਈ ਮੇਰੇ ਚ ਕੋਈ ਉਹ ਜਿਹਾ ਕੋਈ ਡਾਕਟਰ ਤੇ ਹੈਗੇ ਨਹੀਂ ਸੀ ਜਿੰਨਾ ਕਿ ਹਿੰਦੁਸਤਾਨ ਚ ਇੱਟ ਪੁੱਟਿਆ ਡਾਕਟਰ ਮਿਲਦੇ ਸੀ, ਉਸੇ ਇੱਟ ਦੇ ਬੰਦੇ ਆ। ਪਰ ਉਹਨਾਂ ਨੇ ਕਿਹਾ ਤੇ ਬੜੀ ਸੰਗਤ ਹੈ ਜਿਹੜੀ ਆਪਣੇ ਫੋਰਨ ਦੇ ਸਾਰੇ ਕੈਂਸਲ ਕਰ ਦਿੰਦੀ ਹੈ ਕਿ ਗੁਰੂ ਜੀ ਦਾ ਹੁਕਮ ਹੈ। So now this is what he said and I said ਗੁਰੂ ਜੀ ਜਿਸ ਤਰ੍ਹਾਂ ਤੁਹਾਡੇ ਹੁਕਮ, ਜਿਸ ਤਰ੍ਹਾਂ ਤੁਹਾਡੀ ਮਿਹਰ, ਜਿਸ ਤਰ੍ਹਾਂ ਹੁਕਮ। Now this is, ਇਹ ਹੈਗੀ ਗੱਲ ਸਾਰੀ ਕਹਿ ਦੋ 1 ਮਿੰਟ ਦੀ ਹੋਣੀ ਹੈ। But then there was a pause. ਗੁਰੂ ਜੀ ਨੇ ਉਦੋਂ ਜਵਾਬ ਨਹੀਂ ਦਿੱਤਾ। ਕਹਿ ਲੋ 1 ਸਕਿੰਟ ਕਹਿ ਲੋ ਜਾਂ ਪੂਰੀ ਮੇਰੀ ਜ਼ਿੰਦਗੀ ਕਹਿ ਲੋ, ਰੋਕ ਕੇ ਫੇਰ ਕਹਿ ਜਾ ਡਾਕਟਰ ਜਾ।
ਐਂਡ ਟਰਸਟ ਮੀ ਉਸ ਵੇਲੇ ਜਿਹੜੀ ਫੀਲਿੰਗ ਸੀ ਮੈਨੂੰ ਸਮਝ ਆ ਗਈ ਸੀ ਕਿ ਇਹ ਜ਼ਿੰਦਗੀ ਦਾ ਹੁਕਮਨਾਮਾ ਹੈ। ਮੇਰਾ ਓਰੀਜਨਲ ਕੰਟਰੈਕਟ 2 ਸਾਲ ਵਾਸਤੇ ਸੀ ਤੇ ਨਾ ਕੋਈ ਮੈਂ ਉਹਨੂੰ ਵਧਾਉਣ ਵਾਸਤੇ ਕੁਛ ਕਿ ਕੋਈ ਸਿਫਾਰਿਸ਼ ਲਈ ਕੁਛ ਵੀ ਹੋਈ, ਪਰ ਉਦੋਂ ਸਮਝ ਆ ਗਿਆ ਸੀ ਕਿ ਗੁਰੂ ਨੇ ਅੱਗਾ ਪਿੱਛਾ ਵੇਖ ਕੇ ਭੇਜ ਰਹੇ ਨੇ। ਐਂਡ ਦੈਨ ਦੀ ਜਰਨੀ ਸਟਾਰਟਡ ਫॉर ਦੀ ਇੰਗਲੈਂਡ ਚੈਪਟਰ। ਉਹਦੇ ਬਾਅਦ ਇਹ ਜਿਹੜੇ ਸਾਡੇ ਵੀਜ਼ਾ ਵੂਜ਼ਾ ਲੱਗਣੇ ਸੀ ਉਹ ਨਹੀਂ ਆਣੇ ਤੇ ਡਾਕਟਰ ਗੁਰੂ ਜੀ ਨੇ ਫਿਰ ਬਲੇਸਿੰਗ ਦੇਣੀ, ਦਫਾ ਹੋ ਤੂੰ ਥੱਲੇ ਇੱਥੇ ਹੀ ਹੈ। ਮੇਰੀ ਵਾਈਫ ਨੂੰ ਕਿਹਾ ਕਿ ਚੱਲ ਤੂੰ ਵੀ ਅੰਗਰੇਜ਼ਾਂ ਨੂੰ ਠੀਕ ਕਰੀ, ਪਾਉਂਡ ਤੇ ਡਾਲਰ ਕਮਾਈ, which was all his blessings. In one word, ਇਹਦਾ ਹੀ ਪ੍ਰੋਫੈਸ਼ਨਲ ਕੈਰੀਅਰ, ਕਿਉਂਕਿ ਉਹ ਜੋ ਕਾਲ ਸੀ ਉਹ ਮੇਰੇ ਵਾਸਤੇ ਸੀ, ਪਰ ਇਹਦਾ ਹੀ ਪ੍ਰੋਫੈਸ਼ਨਲ ਕੈਰੀਅਰ ਉਹਨਾਂ ਅਕਸ਼ਰ ਨਾਲ ਬਣ ਗਿਆ। ਸ਼ੀ ਇਜ਼ ਅ ਗਾਇਨੇਕੋਲੋਜਿਸਟ ਐਜ਼ ਵੈਲ। ਤੇ ਪਹਿਲੀ ਵਾਰੀ ਜਦੋਂ ਗੁਰੂ ਜੀ ਦੇ ਦਰਸ਼ਨ ਹੋਏ ਸੀ ਉਦੋਂ ਰਾਜ ਬਾਹਰ ਬੈਠੀ ਸੀ, ਮੈਂ ਅੰਦਰ ਸੀ, ਤੇ ਉਦੋਂ ਵੀ ਇੰਗਲੈਂਡ ਦੀ ਸੰਗਤ ਆਈ ਹੋਈ ਸੀ ਗੁਰੂ ਜੀ ਕੋਲ। ਜਦੋਂ ਮਤਲਬ ਉਦੋਂ ਮੈਂ ਗੁਰੂ ਜੀ ਦੇ ਠੀਕ ਚਰਨਾਂ 'ਚ ਸੀ, ਜਿਹੜਾ ਚਰਨਾਂ ਦਾ ਵੀ ਬਣਦਾ ਹੈ, ਮਤਲਬ ਜੇ ਦੀਵਾਰ ਦੇ ਨਾਲ ਸਹਾਰਾ ਟੇਕ ਕੇ ਲੋ ਤੇ ਅੱਗੇ ਪੈਰ ਉਸ ਵਿੱਚ ਬੈਠੇ ਹੋਏ ਸੀ। ਸੋ ਯੂ ਕੈਨਟ ਫੋਰਗੇਟ ਈਦਰ ਦੀ ਫ੍ਰੈਗਰੈਂਸ ਔਰ ਦੀ ਐਕਸਪੀਰੀਅੰਸ ਔਰ ਹੈ ਨਾ ਗੁਰੂ ਜੀ। ਤੇ ਜਦੋਂ ਰਾਜ ਕੋਲ ਪਹੁੰਚੇ ਉਸ ਆਂਟੀ ਨੂੰ ਕਿਹਾ ਸਤਸੰਗ ਕਰੋ। ਉਹ ਆਂਟੀ ਨੂੰ ਕੋਈ ਗਾਇਨੇਕੋਲੋਜੀਕਲ ਪ੍ਰੋਬਲਮ ਸੀ ਐਂਡ ਮਾਈ ਵਾਈਫ ਇਜ਼ ਅ ਗਾਇਨੇਕੋਲੋਜਿਸਟ। ਜਦੋਂ ਦਾ ਸਤਸੰਗ ਹੋ ਗਿਆ ਗੁਰੂ ਜੀ ਹੱਸੇ ਤੇ ਰਾਜ ਨੂੰ ਕਹਿੰਦੇ ਤੂੰ ਇਹਨੂੰ ਠੀਕ ਕਰ ਲੈਂਦੀ। ਪਰ ਇੰਨੇ ਪਿਆਰ ਨਾਲ ਦੱਸਦੇ ਸੀ ਕਿ ਡਾਕਟਰੀ ਵੀ ਕੁਛ ਨਹੀਂ, ਤੁਸੀਂ ਵੀ ਕੁਛ ਨਹੀਂ, ਤੁਹਾਡੇ ਵਿੱਚ ਰੱਬ ਆ ਕੇ ਬੈਠਾ। ਬੜਾ ਟਾਈਮ ਲੱਗਦਾ ਸਮਝਣ ਨੂੰ, ਪਰ ਇਹ ਮੇਰ ਸੀ ਕਿ ਸਮਝ ਆ ਗਈ। ਸੋ ਮਿਰੇਕਲ ਜਿਹੜੀ ਛੋਟੀ ਬੁੱਧੀ ਨਾਲ ਸਮਝ ਆਇਆ ਹੈ ਕਿ ਗੁਰੂ ਜੀ ਨੇ ਖੂਬ ਚਮਤਕਾਰ ਵੀ ਵਿਖਾਏ ਬਾਅਦ ਚ ਵੀ ਜਦੋਂ ਲੋੜ ਹੁੰਦੀ ਹੈ ਉਦੋਂ, ਪਰ ਉਹ ਇਹਦੇ ਵਾਸਤੇ ਹੀ ਹੈ ਕਿ ਅਸੀਂ ਬੰਦੇ ਬਣ ਜਾਈਏ। ਇਟਸ ਦੀ ਨੈਕਸਟ ਸਟੈਪ ਇਨ ਸੈਲਵੇਸ਼ਨ, ਕਿਉਂਕਿ ਸਾਡੇ ਕਰਮਾਂ ਦੇ ਇੰਨੇ ਵੱਡੇ ਵੱਡੇ ਪੱਥਰ ਪਹਾੜ ਹੈਗੇ ਨੇ, ਭਾਵੇਂ ਸਰੀਰ ਦੇ ਹੋਣ, ਭਾਵੇਂ ਪੈਸੇ ਦੇ ਹੋਣ, ਭਾਵੇਂ ਧੀ ਪੁੱਤਰਾਂ ਦੇ ਹੋਣ, ਭਾਵੇਂ ਕਹਿ ਲਓ ਜੋ ਵੀ। ਇਹਦੇ ਵਾਸਤੇ ਕੈਂਸਰ ਵੀ ਇਵੈਪੋਰੇਟ ਹੁੰਦੇ ਹੈ, ਬਲੌਕਡ ਆਰਟਰੀਜ਼ ਵੀ ਖੁੱਲਦੀਆਂ, ਸਾਲਾਂ ਦੇ ਲੋਨ, ਸਾਲਾਂ ਦੇ ਜਾਇਦਾਦ ਦੇ ਕੰਮ, ਯੂ ਨੇਮ ਇਟ ਐਂਡ ਇਟ ਹੈਪਨਸ। ਜਿਨ੍ਹਾਂ ਨੇ ਕਦੀ ਪਾਸ ਨਹੀਂ ਹੋਣਾ ਸੀ ਉਹ ਵੱਡੀ ਵੱਡੀ ਡਿਗਰੀਆਂ ਲੈ ਕੇ ਨਿਕਲਦੇ ਹੈ, ਜਿੱਥੇ ਨਹੀਂ ਸੀ ਔਲਾਦ ਉੱਥੇ ਔਲਾਦ, ਜੋ ਜੋ ਸਿੱਖੋ ਸਭ ਚਮਤਕਾਰ ਨੂੰ ਤੁਸੀਂ ਜਿਸ ਤਰ੍ਹਾਂ ਵੀ ਡਿਫਾਈਨ ਕਰ ਲਓ, ਮਤਲਬ ਜੋ ਰੱਬ ਨੇ ਨਹੀਂ ਲਿਖਿਆ ਉਹ ਮਿਲਦਾ ਹੈ। ਜੋ ਆਪਣੇ ਕਰਮਾਂ ਨਾਲ ਕਮਾ ਕੇ ਆਏ ਹੁੰਦੇ ਆ ਜਾਂ ਜੋ ਗਵਾ ਕੇ ਆਏ ਹੁੰਦੇ ਆ, ਗੁਰੂ ਉਹ ਪੂਰੀ ਕਰ ਦਿੰਦਾ ਹੈ। ਪਰ ਉਹ ਹੈ ਕਿ ਜੇ ਮਿਹਰ ਕਰੇ ਤੇ ਸਬਮਿਸ਼ਨ ਨਹੀਂ ਭੁੱਲਦੀ, ਸ਼ੁਕਰਾਨਾ ਨਹੀਂ ਭੁੱਲਦਾ, ਨਹੀਂ ਤੇ ਬੰਦਾ ਮਿਹਰ ਚ ਹੀ ਖੋ ਜਾਂਦਾ ਹੈ, ਚਮਤਕਾਰ ਚ ਹੀ ਖੋ ਜਾਂਦਾ ਹੈ। ਇਹਦੇ ਵਾਸਤੇ ਮੰਗ ਕੇ ਤੇ ਗੁਰੂ ਨੇ ਛੋਟਾ ਕਰਨਾ ਹੈ, ਤੇ ਗੁਰੂ ਨੇ ਬਿਨ ਮੰਗੇ ਸਭ ਕੁਝ ਦੇਣਾ। ਉਹ ਹੀ ਜ਼ਿੰਦਗੀ ਦਾ ਸਾਰ ਉਹਨਾਂ ਨੇ ਦਿੱਤਾ ਸੀ ਕਿ ਕਦੀ ਲੋੜ ਨਹੀਂ ਪਈ, ਲੋੜ ਕਦੀ ਪਈ ਵੀ ਤੇ ਰੋਕ ਲਿਆ ਆਪਣੇ ਆਪ ਨੂੰ, ਤੇ ਜਿਸ ਤਰ੍ਹਾਂ ਚਾਹੁੰਦੇ ਸੀ ਜੇ ਨਹੀਂ ਹੋਇਆ ਤੇ ਉਸ ਤੋਂ ਬਹੁਤ ਵਧੀਆ ਹੋਇਆ। ਸਭ ਕੁਝ ਟਰੂ ਲਾਈਫ ਐਕਸਪੀਰੀਅੰਸ ਨਾਲ ਦਿੱਤਾ ਉਹਨਾਂ ਨੇ। ਸੋ ਦੈਨ ਵੀ ਵੈਂਟ ਟੂ ਇੰਗਲੈਂਡ। ਇੰਗਲੈਂਡ ਜਾਣ ਤੋਂ ਪਹਿਲਾਂ ਫਿਰ ਛੋਟੇ ਮੰਦਿਰ ਚ ਬੈਠੇ ਹੋਏ ਸੀ ਅਸੀਂ, ਗੁਰੂ ਜੀ ਵੀ ਥੱਲੇ ਆ ਕੇ ਬੈਠ ਗਏ ਗੱਦੀ ਲਾ ਕੇ ਪਿੱਛੇ, ਜਿਹੜੀ ਉਹ ਸੀੜੀਆਂ ਦੇ ਨਾਲ ਦੀਵਾਰ ਆ ਉੱਥੇ ਬੈਠੇ ਹੋਏ ਸੀ। ਬਾਬੇ ਵੀ ਸੀ ਤੇ ਰਾਜ ਵੀ ਸੀ, ਅਸੀਂ ਸਾਰੇ ਸੀ। ਤੇ ਹੁਣ ਦੇਖੋ ਥੋੜੀ ਸ਼ਰਧਾ ਤੇ ਥੋੜੀ ਆਪਣੀ ਜੋ ਵੀ ਕਹਿੰਦੇ ਬੁੱਧੀ ਲਾਈ ਦੀ ਹੈ ਨਾ, ਥੋੜਾ ਬਹੁਤ ਚਲਾਕੀ ਜੋ ਵੀ ਕਹਿ ਲਓ, ਉਦੋਂ ਹੈਗੇ ਤੇ ਬੇਵਕੂਫੀਆਂ, ਪਰ ਮਨ ਚ ਚਾਹ ਹੈਗੀ ਸੀ ਬਹੁਤ। ਮੈਂ ਗੁਰੂ ਜੀ ਮੈਨਚੈਸਟਰ ਆਇਓ, ਉਹ ਹੱਸੇ ਜਾਂ ਸਮਾਈਲ ਕੀਤੀ ਤੇ ਕਹਿੰਦੇ ਨਹੀਂ। ਅੱਛਾ, ਅਸੀਂ ਦੀਪਿੰਦਰ ਅੰਕਲ ਦੀ ਪੰਜਾਬ ਚ ਪੰਚਕੂਲੇ ਚ ਗੱਦੀ ਵੇਖੀ ਸੀ, ਅਸੀਂ ਕਿਹਾ ਫਿਰ ਗੁਰੂ ਜੀ ਗੱਦੀ ਲਾ ਲਈਏ, ਕਹਿੰਦੇ ਨਹੀਂ। ਫਿਰ ਗੁਰੂ ਜੀ ਨੇ ਕਿਹਾ ਸਤਸੰਗ ਕਰੀ। ਉੱਥੋਂ ਹੁਣ ਮੈਨਚੈਸਟਰ ਦੇ, ਹੁਣ ਪਿੱਛੇ ਮੁੜ ਕੇ ਵੇਖਾਂ ਤੇ ਹੁਣ ਮੈਨਚੈਸਟਰ ਦੇ ਸਤਸੰਗ
होने सी ये गुरु कह गया। So then we came to England as है ना, दूजे दिन ਅਸੀਂ ਇੰਗਲੈਂਡ ਦੇ ਮਤਲਬ ਮੈਨਚੈਸਟਰ ਦੇ ਟਾਊਨ ਹਾਲ 'ਚ ਸੀ, ਕਿਉਂਕਿ ਗੁਰੂ ਉਹ ਸਭ ਫਿਕਸ ਕਰਕੇ ਦਿੰਦਾ ਹੈ। We did not know any corner of Manchester, but we were so well connected within the first week. ਮਤਲਬ ਪਹਿਲਾਂ ਤੋਂ ਹੀ ਗੁਰੂ ਜੀ ਨੇ ਮੇਰਾ ਜਿਹੜਾ ਬੌਸ ਸੀ ਉਹ ਹੀ ਮੇਰਾ ਫੈਮਿਲੀ ਫਰੈਂਡ ਹੋਣਾ, ਉਹ ਹੀ ਮੇਰਾ ਭਰਾਵਾ ਵਾਂਗੂ ਬਣਨਾ ਹੈ। ਕਿਸੇ ਇੱਕ ਸੰਗਤ ਦੇ ਰਿਲੇਟਿਵ ਨੂੰ ਇੱਕ ਵਾਰੀ ਫੋਨ ਕੀਤਾ, ਉਹਨਾਂ ਨੇ ਬਸ ਇੱਕ ਵਾਰੀ ਦੱਸਿਆ ਕਿ ਇਸ ਸਾਈਡ ਸਿਟੀ ਤੇ ਕਰ ਲਿਓ, ਉਸ ਸਾਈਡ ਨਾ ਲਿਓ ਪ੍ਰੈਫਰੇਬਲੀ। ਉਸ ਘਰ ਦੇ ਨਾਲ ਹੀ ਮੇਰੇ ਜਿਹੜੇ ਸੀਨੀਅਰ ਤੇ ਜਿਹੜੇ ਭਰਾ ਵਰਗੇ ਫੈਮਿਲੀ ਮੈਂਬਰ ਉਦੋਂ ਹੀ ਦੇ ਲਿਵਡ ਓਨਲੀ 5 ਮਿੰਟਸ। ਸੋ ਮਤਲਬ ਕਿ ਤੁਸੀਂ ਕਹਿ ਲਓ ਕਿ ਜਿਸ ਤਰ੍ਹਾਂ ਦਿੱਲੀ ਸੀ ਉਸ ਤਰ੍ਹਾਂ ਮੈਨਚੈਸਟਰ ਸੀ ਗੁਰੂ ਜੀ ਨਾਲ। ਪਰ ਇੱਥੇ ਸਾਰੇ ਨਾਸਤਿਕ ਤੇ ਇੱਥੇ ਸਾਰੇ ਜੋ ਥੋੜੇ ਬਹੁਤ ਮੰਨਦੇ ਸੀ ਉਹ ਵੀ ਕਹਿੰਦੇ ਸੀ ਕਿ ਨਹੀਂ, ਗੁਰੂ ਦੀ ਬਲੈਸਿੰਗ ਨਾ ਘੱਟ ਕਰੋ, ਤੁਸੀਂ ਆਪਣੇ ਕੋਲ ਹੀ ਰੱਖੋ, ਕੀ ਕਰਨਾ ਸਤਸੰਗ ਕਰਕੇ, ਸੀ ਕਿ ਸਾਡੀ ਜ਼ਿੰਦਗੀ ਦੇ ਹੈ ਨਹੀਂ। But then it went out of conscious effort and this, but it was ordained by him, जो गुरु तो हुक्म होते होना ही है। Then another संगत, ਉਹਨਾਂ ਦੀ ਫੈਮਿਲੀ ਤੇ ਸਾਡੀ ਫੈਮਿਲੀ ਮਿਲੀ। ਅਨੀਤਾ ਮੈਨਚੈਸਟਰ ਰਹਿੰਦੀ ਸੀ, ਦਿੱਲੀ ਜਾ ਚੁੱਕੀ ਸੀ, ਫਿਰ ਵਾਪਸ ਆਈ। ਐਂਡ ਦੈਨ ਵੀ ਟਾਕਡ ਅਬਾਊਟ ਸਤਸੰਗਸ। ਉਹਦੇ ਬਾਅਦ ਮੈਨਚੈਸਟਰ ਦੇ ਸਤਸੰਗ ਸ਼ੁਰੂ ਹੋਏ ਤੇ ਇਹ ਗੁਰੂ ਜੀ ਨੇ ਫਿਰ ਮੱਤ ਦੇ ਦਿੱਤੀ ਸੀ ਕਿ ਅਸੀਂ ਸਭ ਨਿਮਿਤ ਮਾਤਰ, ਹੁਕਮ ਉਹਨਾਂ ਦਾ, ਸਤਸੰਗ ਉਹਨਾਂ ਦਾ, ਬਲੈਸਿੰਗ ਉਹਨਾਂ ਦੀ, ਵਿੱਚ ਬਸ ਨਿਮਿਤ ਮਾਤਰ ਹੈਗੇ। ਉੱਥੇ ਜਦੋਂ ਸ਼ੁਰੂ ਹੋ ਗਏ ਸਤਸੰਗ ਤੇ ਆਂਟੀ ਆਈ ਤੇ ਆਂਟੀ ਨੇ ਆਪਣਾ ਸਤਸੰਗ ਸੁਣਾਇਆ। ਉਹ ਜਲੰਧਰ ਤੋਂ ਸੀ ਤੇ ਗੁਰੂ ਜੀ ਨੂੰ ਕਨਫਿਊਜ਼ ਮਾਸੀ ਕਹਿੰਦੇ ਸੀ। ਤੇ 80s ਜਾਂ ਉਦੋਂ ਦੀ ਗੱਲ ਹੈ ਜਦੋਂ ਉਹਨਾਂ ਨੂੰ ਗੁਰੂ ਜੀ ਨੇ ਕਿਹਾ ਸੀ ਕਿ ਆਂਟੀ ਮੈਂ ਮੈਨਚੈਸਟਰ ਆਣਾ ਹੈ। ਤੇ ਆਂਟੀ ਕੋਲੋਂ ਜਵਾਬ ਨਹੀਂ ਦਿੱਤਾ ਗਿਆ ਕਿ ਕਿਸ ਤਰ੍ਹਾਂ ਮੈਨਚੈਸਟਰ ਆਣਾ ਹੈ, ਕਿਸ ਤਰ੍ਹਾਂ ਬੁਲਾਣਾ ਹੈ। ਪਰ ਸਾਡੇ ਵਾਸਤੇ ਉਹ ਬੜਾ ਕਲੀਅਰ ਸੀ ਕਿ ਜੋ ਹੁਣ ਹੋਣਾ ਹੈ, ਜੋ ਬਾਅਦ ਚ ਹੋਣਾ ਹੈ, ਜੋ ਸੈਂਚੁਰੀ से भी होना, सब गुरु पहला ही वेख गया है, पहला ही गुरु हुक्म दे गया। सो रिमेनिंग अपनी औकात च रहना, चुके रहना, ਉਹਦੇ ਨਾਲ ਜੋ ਸਵਾਦ ਸੀ ਉਹ ਸ਼ੁਰੂ ਹੋਇਆ। ਐਂਡ ਦੈਨ ਬਾਈ ਹਿਸ ਗ੍ਰੇਸ ਮੈਨਚੈਸਟਰ ਸਤਸੰਗ ਤੋਂ ਜਿਹੜੀ ਸੰਗਤ ਉਹਨਾਂ ਨੇ ਇੰਗਲੈਂਡ 'ਚ ਜਾ ਕੇ ਹੋਰ ਜਗ੍ਹਾ ਵੀ ਸ਼ੁਰੂ ਕੀਤੇ ਹੈ। ਸੋ 2-3 ਸ਼ਹਿਰਾਂ 'ਚੋਂ ਮੈਨਚੈਸਟਰ ਦੀ ਸੰਗਤ ਨੇ ਜਾ ਕੇ ਤੇ ਦੂਜੇ ਸ਼ਹਿਰਾਂ ਦੇ ਵੀ ਆਪਣੇ ਆਂਦੇ, ਗੁਰੂ ਬੁਲਾਉਂਦਾ ਹੈ, ਸਤਸੰਗ ਕਰਦੇ ਜਾਂਦੇ ਹੈ। ਤੇ ਉਹਦੇ ਬਾਅਦ ਉਹ ਚੱਲ ਰਿਹਾ ਤੇ ਹੁਣ ਟਿਲ ਹਿਸ ਗ੍ਰੇਸ, ਭਾਵੇਂ ਕਰੋਨਾ ਸੀ ਨਹੀਂ ਸੀ, ਭਾਵੇਂ ਲਾਕਡਾਊਨ ਨਹੀਂ ਸੀ, ਬਟ ਦੀ ਸਤਸੰਗਸ ਹੈਵ ਕੰਟੀਨਿਊਡ। ਦੈਨ ਉਹ ਗੁਰੂ ਨੂੰ ਮੰਗ ਕੇ ਛੋਟਾ ਨਹੀਂ ਕਰਨਾ। ਸੋ ਤੁਸੀਂ ਕੀ ਮੰਗੋਗੇ, ਜ਼ਿੰਦਗੀ ਮੰਗ ਲੋਗੇ, ਕੀ ਮੰਗੋਗੇ, ਪੈਸੇ ਤੋਂ ਸਭ ਤੋਂ ਛੱਡੋ, ਜੋ ਹੁੰਦਾ ਹੈ ਯੂ ਕਾਂਟ ਇਵਨ ਫੈਥਮ। ਤੇ ਮੈਂ ਸਾਈਕਾਇਟਰਿਸਟ ਹਾਂ, ਜਿਹੜੇ ਮੇਰੇ ਪੇਸ਼ੈਂਟ ਹੈ ਉਹ ਦਿਮਾਗੀ ਤਕਲੀਫਾਂ ਦੇ ਕਾਰਨ ਕਦੀ ਕਦੀ ਖਤਰਨਾਕ ਕੰਮ ਕਰ ਲੈਂਦੇ ਆ। ਇੱਕ ਮੇਰੇ ਪੇਸ਼ੈਂਟ ਨੇ ਮਰਡਰ ਕਰਤਾ, ਜਿਹਦੇ ਨਾਲ ਰਹਿੰਦਾ ਸੀ ਉਹਦਾ ਉਹਨੇ ਖੂਨ ਕਰਤਾ ਤੇ ਇਸ ਤਰ੍ਹਾਂ ਦੇ ਤਰੀਕੇ ਨਾਲ ਕੀਤਾ ਕਿ ਕਿਉਂਕਿ ਉਹਨੇ ਸੋਚ ਕੇ ਕੀਤਾ ਉਹਨੇ। ਤੇ ਉਹ ਉਦੋਂ ਮੇਰੇ ਅੰਡਰ ਸੀ, ਉਹ ਆਈ ਵਾਸ ਹਿਸ ਸਾਈਕੈਟਰਿਸਟ। ਨਾਓ ਜਦੋਂ ਇਹ ਹੁੰਦਾ ਤੇ ਸਾਡੇ ਦੇਸ਼ ਇੰਗਲੈਂਡ 'ਚ ਜਾ ਕੇ ਤੁਸੀਂ ਉਹ ਕਰਾਊਨ ਪ੍ਰੋਸੀਕਿਊਸ਼ਨ 'ਚ ਜਾਂਦਾ ਹੈ, ਮਤਲਬ ਕਿ ਸਭ ਤੋਂ ਕ੍ਰਿਮੀਨਲ ਕੋਰਟ 'ਚ ਜਾਂਦਾ, ਕ੍ਰਿਮੀਨਲ ਜਸਟਿਸ ਸਿਸਟਮ 'ਚ ਜਾਂਦਾ ਹੈ। ਤੁਹਾਡੀ ਪੂਰੀ ਕੇਅਰ ਫੋਰੈਂਸਿਕਲੀ ਮਤਲਬ ਬਿਲਕੁਲ ਲਾਈਟ ਪਾਈ ਜਾਂਦੀ ਹੈ, ਇੱਕ ਪੰਨੇ ਤੇ ਇੱਕ ਨੋਟ ਤੇ ਕਿ ਤੁਸੀਂ ਕੀ ਕੀਤਾ, ਕੀ ਨਹੀਂ ਕੀਤਾ, ਕੀ ਤੁਸੀਂ ਕੁਝ ਕਰ ਸਕਦੇ ਸੀ ਉਹਦੇ ਇਲਾਜ 'ਚ ਜੋ ਕਿ ਇਹ ਨਾ ਹੁੰਦਾ। ਐਂਡ ਮੋਰ ਆਫਨ ਦੈਨ ਨਾਟ ਕਰੀਅਰ ਖਤਮ ਹੁੰਦੇ ਆ ਜਾਂ ਕਰੀਅਰ ਬਦਲ ਜਾਂਦੇ ਆ ਉੱਥੇ ਜਾ ਕੇ। ਸੋ
ਗੁਰੂ ਜੀ ਦੀ ਮਿਹਰ ਕੋ ਜਾਂ ਗੁਰੂ ਜੀ ਨੇ ਸਭ ਕੁਝ ਵਿਖਾਣਾ ਹੁੰਦਾ ਹੈ। ਤੇ ਜਦੋਂ ਮੇਰਾ ਪੇਸ਼ੈਂਟ ਜੇਲ੍ਹ 'ਚ ਸੀ ਤੇ ਉਹਨਾਂ ਨੂੰ ਪਹਿਲੀ ਵਾਰੀ ਜਦੋਂ ਸਾਈਕੈਟ੍ਰਿਸਟ ਦੀ ਲੋੜ ਪਈ, ਤੇ ਇੱਕ ਤੇ ਜਿਹੜਾ ਕਿ ਕ੍ਰਿਮੀਨਲ ਜਸਟਿਸ ਸਿਸਟਮ ਦਾ ਸਾਈਕੈਟ੍ਰਿਸਟ ਹੁੰਦਾ ਉਹ ਮੇਰਾ ਦੋਸਤ ਹੀ ਹੈ, ਤੇ ਮੈਂ ਉਦੋਂ ਔਨ ਕਾਲ ਸੀ, ਜੇਲ੍ਹ 'ਚ ਆ ਕੇ ਵੀ ਉਹਦਾ ਇੰਟਰਵਿਊ ਮੈਂ ਕੀਤਾ। ਉਦੋਂ ਉਹਨੇ ਜੋ ਚੀਜ਼ਾਂ ਦੱਸੀਆਂ ਉਹਨੇ ਕਦੀ ਮੇਰੇ ਅੱਗੇ ਨਹੀਂ ਦੱਸੀਆਂ ਸੀ, ਪਰ ਜੇ ਉਹ ਚੀਜ਼ਾਂ ਹੋਣ ਤੇ ਮਤਲਬ ਕਿ ਤੁਹਾਨੂੰ ਇਲਾਜ ਦੂਜੇ ਤਰੀਕੇ ਨਾਲ ਕਰਨਾ ਚਾਹੀਦਾ, ਦੂਜੀਆਂ ਦਵਾਈਆਂ, ਦੂਜਾ ਇਹ ਦੂਜਾ ਉਹ, ਕਿਉਂਕਿ ਜੇ ਨਹੀਂ ਹੋਇਆ ਤੇ ਫਿਰ ਬੰਦੇ ਨੂੰ ਤੁਸੀਂ ਠੀਕ ਨਹੀਂ ਕੀਤਾ। ਤੇ ਜਿਹੜਾ ਮੇਰਾ ਦੋਸਤ ਹੈ ਉਹਨੇ ਵੀ ਆਪਣੀ ਰਿਪੋਰਟ ਮੈਨੂੰ ਕਾਪੀ ਕਰਕੇ ਦੇ ਦਿੱਤੀ, ਉਹਦੇ 'ਚ ਲਿਖਿਆ ਸੀ ਕਿ ਇਹਨੂੰ ਮੇਰੇ ਹਿਸਾਬ ਨਾਲ ਸੀਰੀਅਸ ਮੈਂਟਲ ਇਲਨੈਸ ਸੀ, ਜੋ ਉਹਨੇ ਅੱਜ ਦੱਸਿਆ ਉਹਦੇ ਹਿਸਾਬ ਨਾਲ ਇਹ ਹੈ। ਜੋ ਮੈਂ ਉਹਨੂੰ ਟ੍ਰੀਟ ਕਰ ਰਿਹਾ ਸੀ ਉਹ ਕੁਝ ਹੋਰ ਸੀ, not as a serious mental illness। ਤੇ ਉਹ ਹੁਣ ਕੋਰਟ 'ਚ ਜਾਣਾ ਸੀ। ਅੱਛਾ, ਟੂ ਬੀ ਟਰੂਥਫੁਲ ਆਪਾਂ ਗੁਰੂ ਜੀ ਕੋਲ ਉਦੋਂ ਵੀ ਕੁਛ ਨਹੀਂ ਮੰਗਿਆ, ਠੀਕ ਹੈ, ਪਤਾ ਹੈ ਕਿ ਸਾਰੀ ਜ਼ਿੰਦਗੀ ਉਹਨਾਂ ਦੀ ਹੈ ਤੇ ਮੰਗ ਕੇ ਕਿਉਂ ਛੋਟਾ ਕਰਨਾ। ਜੇ ਮੰਗੋ ਤੇ ਇਹਦਾ ਮਤਲਬ ਜ਼ਿੰਦਗੀ ਤੁਹਾਡੀ ਹੈ ਤੇ ਗੁਰੂ ਉਹਦੇ 'ਚ ਕੁਛ ਪਾਈ ਜਾਵੇ। ਜੇ ਜ਼ਿੰਦਗੀ ਉਹਨਾਂ ਦੀ ਹੈ ਤੇ ਜੋ ਦੇਤਾ ਵਧੀਆ, ਜੋ ਨਹੀਂ ਦਿੱਤਾ ਜੋ ਹੈ ਉਹ ਗਿਆ ਆਇਆ, ਸਭ ਠੀਕ ਹੈ। ਸੋ ਜੋ ਡਿਫੈਂਸ ਸਾਈਕੈਟ੍ਰਿਸਟ ਸੀ ਉਹਦਾ, ਜਿਹੜਾ ਉਹਦੇ ਲਾਇਰ ਨੇ ਉਹਦੇ ਵਾਸਤੇ ਰੱਖਿਆ ਸੀ, ਉਹ ਲੰਡਨ ਤੋਂ ਬਾਹਰ ਸਭ ਤੋਂ ਵੱਡੀ ਸਾਈਕੈਟ੍ਰਿਸਟ ਹੈ ਇਸ ਕੰਮ 'ਚ, ਕ੍ਰਿਮੀਨਲ ਜੁਰਿਸਡਿਕਸ਼ਨ 'ਚ। ਮਤਲਬ ਜਿਹੜੇ ਕੇਸ ਮਰਡਰ ਤੇ ਹੁੰਦੇ ਆ ਤੇ ਸਾਈਕੈਟਰੀ ਨਾਲ ਹੁੰਦੇ ਆ, ਉਹਦੀ ਉਹ ਸਭ ਲੰਡਨ ਤੋਂ ਬਾਹਰ ਉਹ ਹੈ ਪੂਰੇ ਇੰਗਲੈਂਡ 'ਚ। ਉਹਨੇ ਮੈਨੂੰ, ਮੈਂ ਇੱਕ ਹਫ਼ਤਾ ਪੂਰਾ ਬਲੌਕ ਕੀਤਾ ਹੋਇਆ ਸੀ, ਕਹਿ ਲਓ ਜੇ ਅਗਲੇ ਹਫ਼ਤੇ ਬਲੌਕ ਕੀਤਾ ਤੇ ਮੈਨੂੰ ਉਹਦਾ ਅੱਜ ਵੀਰਵਾਰ ਜਾਂ ਸ਼ੁੱਕਰਵਾਰ ਫੋਨ ਆਉਂਦਾ ਹੈ, ਜੋ ਕਿ ਕਦੀ ਹੁੰਦਾ ਨਹੀਂ ਹੈ। ਡਿਫੈਂਸ ਲਾਇਰ ਕਦੀ ਦੂਜੇ ਸਾਈਕੈਟ੍ਰਿਸਟ ਕੋਲ ਟੱਚ ਨਹੀਂ ਕਰਦੇ, ਦੇ ਜਸਟ ਮੇਕ ਦ ਰਿਪੋਰਟ, ਕਿਉਂਕਿ ਉਹਦੇ ਕੋਲ ਡਾਕੂਮੈਂਟ ਮੇਰੇ ਸਾਰੇ ਹੈਗੇ, ਮੇਰੇ ਇੱਕ ਇੱਕ ਅਕਸ਼ਰ ਸਾਰੇ ਉਹਦੇ ਕੋਲ ਹੈਗੇ। ਐਂਡ ਸ਼ੀ ਸੈਡ ਕਿ ਮੈਂ ਤੈਨੂੰ ਫੋਨ ਕਰ ਰਹੀ ਆ, ਕਦੀ ਤੇਰੇ ਕੋਲ ਉਹਨੇ ਕਦੀ ਇਹੋ ਜਿਹੀ ਗੱਲ ਕੀਤੀ ਤੇਰੇ ਨਾਲ? ਮੈਂ ਕਿਹਾ ਨਹੀਂ। ਕਹਿੰਦੀ ਮੈਨੂੰ ਵੀ ਇਹੀ ਲੱਗਦਾ ਹੈ, ਐਂਡ ਮੈਂ ਉਹਦੇ ਕੋਲ ਪੁੱਛਿਆ ਨਹੀਂ ਹੈ ਤੇ ਨਾ ਹੀ ਮੈਂ ਪੁੱਛ ਸਕਦਾ, ਕਿਉਂਕਿ ਦੈਟ ਵਿਲ ਬੀ ਰੋਂਗ, ਉਹ ਗਲਤ ਹੋਏਗਾ ਜੇ ਮੈਂ ਉਹਨੂੰ ਕੰਟੈਕਟ ਕਰਾਂ ਤੇ। ਪਰ ਉਹਨੇ ਖੁਦ ਹੀ ਕਹਿਤਾ ਕਿ ਮੈਂ ਉਹਦੀ ਡਿਫੈਂਸ ਰਿਪੋਰਟ ਨਹੀਂ ਦੇਣ ਲੱਗੀ ਆ, ਮੈਂ ਕਹਿਣ ਲੱਗੀ ਝੂਠ ਬੋਲ ਰਿਹਾ। ਸੋ ਈਵਨ ਦੋ ਮੇਰੇ ਕਲੀਗ ਨੇ ਉਹਨੂੰ ਕਹਿਤਾ ਸੀ ਇੱਕ ਐਸਐਮਆਈ ਹੈਗੀ ਹੈ, ਡਿਫੈਂਸ ਸਾਈਕੈਟ੍ਰਿਸਟ ਨੇ ਜਿਹੜਾ ਕਿ ਉਹਦੇ ਵਾਸਤੇ ਸੀ, ਉਹਨੇ ਝੁਠਲਾਤਾ, ਐਂਡ ਆਈ ਵਾਸ ਨਾਟ ਈਵਨ ਕਾਲਡ ਟੂ ਦੀ ਟ੍ਰਾਇਲ, ਸੋ ਆਈ ਡਿਡਨਟ ਹੈਵ ਟੂ ਗੋ। ਮੈਨੂੰ ਕੋਰਟ ਤੋਂ ਬਲੌਕ ਤੇ ਕੀਤਾ ਹੋਇਆ ਸੀ ਤੇ ਮੈਨੂੰ ਡੇਟਾ ਆਈਆਂ ਹੋਈਆਂ ਸੀ, ਪਰ ਮੈਨੂੰ ਅਖੀਰਲਾ ਸਮਝ ਨਹੀਂ ਆਇਆ ਕਿ ਤੁਸੀਂ ਆਓ। ਸੋ ਫੋਰਗੇਟ ਅਬਾਊਟ ਕਿ ਮੇਰੀ ਹੈ ਨਾ ਪ੍ਰੋਫੈਸ਼ਨ ਨੂੰ ਕੁਝ ਹੋਣਾ ਹੈ ਕਿ ਨਹੀਂ ਹੋਣਾ ਹੈ। ਤੁਸੀਂ ਕੀ ਵੇਖੋਗੇ, ਕੀ ਮੰਗੋਗੇ ਗੁਰੂ ਕੋਲੋਂ, ਕੀ ਗੁਰੂ ਨੇ ਕੀ ਨਹੀਂ ਦੇਣਾ ਤੇ ਕੀ ਦੇਣਾ, ਇਹਦੇ ਵਾਸਤੇ ਬਸ ਝੁਕੇ ਰਹੀਏ, ਉਹਨਾਂ ਨੂੰ ਚਰਨ ਯਾਦ ਕਰੀਏ, ਉਹੀ ਸਭ ਤੋਂ ਸੌਖਾ ਰਾਹ ਦੱਸ ਕੇ ਗੁਰੂ, ਤੇ ਉਹੀ ਉਹਦੇ 'ਚ ਜੇ ਪਿਆਰ ਮਿਲ ਜੇ ਫਿਰ ਆਰਾਮ ਨਾਲ ਜ਼ਿੰਦਗੀ ਚੱਲਦੀ ਹੈ। ਫਿਰ ਕੋਈ ਔਖਾ ਨਹੀਂ ਹੈ ਗੁਰੂ ਦੇ ਨਾਲ ਰਹਿਣਾ। ਗੁਰੂ ਤੇ ਹਮੇਸ਼ਾ ਹੱਥ ਫੜਦਾ ਹੈ, ਉਹ ਤੇ ਅਸੀਂ ਇੱਧਰ ਉੱਧਰ ਘੁੰਮ ਕੇ ਭੁੱਲ ਜਾਂਦੇ ਹਾਂ, ਤੇ ਉਹ ਵੀ ਗੁਰੂ ਜੀ ਨੇ ਵਿਖਾਇਆ ਹੋਇਆ ਹੈ। ਇਹਦੇ ਵਾਸਤੇ ਹਮੇਸ਼ਾ ਚਰਨ ਮੰਗੇ ਹੈ। ਇੱਕ ਅੱਧੀ ਵਾਰੀ ਹੋਇਆ ਸੀ ਜਦੋਂ ਗੁਰੂ ਜੀ ਚੋਲਾ ਛੱਡ ਗਏ ਸੀ, ਉਦੋਂ ਘਬਰਾ ਗਏ, ਜੋ ਵੀ ਕਹੋ, ਤੇ ਗੁਰੂ ਜੀ ਨਾਲ ਗੱਲਾਂ ਕਰਦੇ ਹੋਏ ਥੋੜਾ ਧਿਆਨ ਉਸ ਵੱਲ ਲੈ ਗਏ ਕਿ ਗੁਰੂ ਜੀ ਕੀ ਹੋਇਆ। ਫਿਰ ਉਹ 2-3 ਮਹੀਨੇ ਗੁਰੂ ਜੀ ਨੇ ਇਹੋ ਜਿਹੀਆਂ ਚੀਜ਼ਾਂ ਦਸਵਾਈਆਂ ਜਾਂ ਸੁਣਵਾਈਆਂ, ਤੇ ਸਮਝ ਤੇ ਹੈਗੀ ਸੀ, ਪਰ ਉਹ ਦੱਸ ਵੀ ਦਿੱਤਾ ਕਿ ਜੋ ਸਾਰੀ ਦੁਨੀਆ ਹੀ ਉਹਨਾਂ ਦੀ ਹੈ ਤੇ ਉਹ ਚੋਲਾ ਛੱਡਣਾ ਵੀ ਉਹਨਾਂ ਦੇ ਕੰਮ ਸੀ। ਪਰ ਉਹਦੇ 'ਚ ਹੁਣ ਕੀ ਹੋਇਆ ਕੀ ਨਹੀਂ ਹੋਇਆ ਉਹ ਸੁਣਵਾਉਣਾ ਸ਼ੁਰੂ ਕਰਤਾ, ਕਿ ਉਹ ਇਵੈਂਟ ਹੋਣ ਤੱਕ ਕੀ ਹੋਇਆ ਕੀ ਨਹੀਂ ਹੋਇਆ, ਤੇ ਉਹ ਸਾਰਾ ਹੋਰ ਡਰ ਗਏ। ਇਹਦੇ ਵਾਸਤੇ ਫਿਰ ਗੁਰੂ ਜੀ ਦੇ ਚਰਨਾਂ 'ਚ ਪਏ ਕਿ ਗੁਰੂ ਜੀ ਨੇ ਆਪਣੇ ਚਰਨਾਂ ਨਾਲ, ਐਂਡ ਟਰਸਟ ਮੀ, it was like a cloud was lifted. All conversation stopped, everything stopped, and जिस तरह गुरु जी ਦਾ ਹੈ
ਜੋ ਕਹਿ ਗਏ ਸੀ ਕਿ ਪਹਿਲਾਂ ਵੀ ਮੈਂ, ਹੁਣ ਵੀ ਮੈਂ, ਬਾਅਦ ਚ ਮੈਂ, ਉਹ ਸਵਾਦ ਆ ਗਿਆ। ਸੋ ਇਹਦੇ ਵਾਸਤੇ ਇੱਕ ਹੀ ਚੀਜ਼ ਮੰਗੀ ਸੀ, ਉਹਨਾਂ ਦੇ ਚਰਨ, ਤੇ ਉਹ ਜੇ ਨਾਲ ਰਹਿਣ ਤੇ ਬਾਕੀ ਚੀਜ਼ਾਂ ਬੁਰਾਈਆਂ ਤੇ ਹੈਗੀਆਂ, ਤੇ ਉਹ ਹੀ ਗੁਰੂ ਜੀ ਨੇ ਵਿਖਾਇਆ ਹੋਇਆ ਜਿਹੜੇ ਦੂਜਿਆਂ ਵਾਸਤੇ ਬੁਰੇ ਸੀ ਜਾਂ ਪਤਾ ਸੀ ਬੁਰੇ ਨੇ, ਉਹ ਵੀ ਜਦੋਂ ਗੁਰੂ ਜੀ ਦੀ ਮਿਹਰ ਨਾਲ ਜੁੜਦੇ ਹੈ ਤੇ ਭਲਾਈ ਕਰਕੇ ਜਾਂਦੇ ਹੈ ਜਾਂ ਭਲਾਈ ਵੱਲ ਖੁਦ ਜਾਂਦੇ ਹੈ। ਐਂਡ ਦੈਟ ਆਲਸੋ ਆਈ ਲਿਵਡ। ਤੇ ਉਦੋਂ ਗੁਰੂ ਜੀ ਦਾ ਸੁਪਨਾ ਆਇਆ ਸੀ ਮਹਾ ਸਮਾਧੀ ਦੇ ਵੇਲੇ, ਤੇ ਉਹ ਇਹ ਸੀ ਕਿ ਹੈ ਨਾ, ਜਿਹੜੀ ਕਾਰ 'ਚ ਅਸੀਂ ਜਾਂਦੇ ਹੁੰਦੇ ਸੀ ਉਹਦੇ 'ਚ ਹੈਗਾ, ਤੇ ਪਿੱਛੇ ਰਾਜ ਵੀ ਬੈਠੀ ਹੈ, ਭਾਬੀ ਵੀ ਬੈਠੇ ਹੈ, ਐਂਡ ਗੁਰੂ ਜੀ ਆਏ, ਕਹਿੰਦੇ ਚੱਲਣਾ ਹੈ, ਤੇ ਮੈਂ ਕਿਹਾ ਨਹੀਂ ਗੁਰੂ ਜੀ ਸਾਰੇ ਨਾਲ ਹੈਗੇ, can't interpret that one। ਪਰ ਹਾਂ ਹਲੇ ਅਸੀਂ ਚੋਲਾ ਨਹੀਂ ਛੱਡਿਆ, ਗੁਰੂ ਜੀ ਹੈ ਨਾ ਪੂਰੇ ਕਾਸਮੋਸ 'ਚ ਰੂਲ ਕਰ ਰਹੇ ਨੇ। ਸੋ ਬਟ ਯੈਸ ਦੀ ਥਿੰਗ ਵਾਸ ਕਿ ਆਪਣੇ ਹਿਸਾਬ ਨਾਲ ਤਾਂ ਸਵਰਗ ਸੁਰਗ ਵੀ ਸਮਝ ਨਹੀਂ ਆਉਂਦੇ, ਕਿਉਂਕਿ ਉਹ ਵੀ ਥਿਉਰੀ ਹੈ। ਸਵਰਗ ਥਿਉਰੀ ਪਰ ਇਹ ਹੈ ਕਿ ਹਾਂ ਜੇ ਜਨਮ ਹੈਗੇ ਹੈ ਤੇ ਹਰ ਜਨਮ 'ਚ ਗੁਰੂ ਦੇ ਚਰਨ ਮਿਲਦੇ ਨੇ, ਉਹ ਸਵਰਗ ਤੋਂ ਵੀ ਵੱਡਾ ਹੈ ਉਹ ਸਭ ਚੀਜ਼ਾਂ ਤੋਂ। ਐਂਡ ਦੈਨ ਵਾਟ, ਜਿੱਦਨ ਮੈਂ ਇਹ ਸਤਸੰਗ ਪਹਿਲੀ ਵਾਰੀ ਕੀਤਾ ਆਪਣੇ ਮਰਡਰ ਦੇ ਕੇਸ ਤੋਂ, ਆਪਣੇ ਪ੍ਰੋਫੈਸ਼ਨ ਵਾਲਾ, ਉਦੋਂ ਵੀ ਬਰਮਿੰਗਮ ਤੋਂ ਸੰਗਤ ਆਈ ਹੋਈ ਸੀ। ਉਹ ਵੈਸੇ ਆਏ ਸੀ, ਨਾ ਮੈਨੂੰ ਜਾਣਦੇ ਸੀ ਨਾ ਕੁਛ ਸੀ, ਉਹ ਬਸ ਇਹ ਪੁੱਛਣ ਆਏ ਸੀ ਕਿ ਸਤਸੰਗ ਕਿਸ ਤਰ੍ਹਾਂ ਕਰਦੇ ਹੋ। ਅਸੀਂ ਪਤਾ ਨਹੀਂ ਕਿੱਥੋਂ ਨੈਟ ਤੋਂ ਵੇਖਿਆ, ਅਸੀਂ ਬਰਮਿੰਗਮ ਸਟਾਰਟ ਕਰਨੇ ਆ, ਤੇ ਵੀ ਜਸਟ ਹੈ ਨਾ, ਅਸੀਂ ਘਰ ਆ ਜਾਓ, ਸਤਸੰਗ ਕਰਦੇ ਆ, ਤੁਸੀਂ ਗੱਲ ਕਰ ਲਾਂਗੇ, ਜੋ ਸਾਨੂੰ ਥੋੜਾ ਬਹੁਤ ਪਤਾ ਦੱਸ ਦਾਂਗੇ। ਉਦੋਂ ਮੈਂ ਉਹਦੇ ਨਾਲ ਸਤਸੰਗ ਕੀਤਾ। 2 ਮਹੀਨੇ ਬਾਅਦ ਉਹਨੇ ਦੱਸਿਆ ਕਿ ਜਿੱਦਣ ਉਹ ਆਇਆ ਸੀ, ਉਹ ਹਸਪਿਟੈਲਿਟੀ ਇੰਡਸਟਰੀ 'ਚ ਹੈ, ਹੋਟਲ 'ਚ ਕੰਮ ਕਰਦਾ ਸੀ ਵੱਡੀ ਚੇਨ 'ਚ, ਤੇ ਉਹ ਹੋਟਲ, ਉਸ ਫਰੈਂਚਾਈਜ਼ ਨੇ ਉਹਦੇ ਅਗੇਂਸਟ ਕੇਸ ਕਰਤਾ ਸੀ, ਜੋ ਕਿ ਉਹਦੇ ਹਿਸਾਬ ਨਾਲ ਕੋਈ ਗਲਤੀ ਨਹੀਂ ਸੀ। ਐਂਡ ਜਦੋਂ ਮੈਂ ਉਹਨੂੰ ਨਰੇਟ ਕੀਤਾ ਤੇ ਉਹਨੂੰ ਇਹ ਲੱਗਿਆ ਕਿ ਉਹਦਾ ਆਨਸਰ ਮਿਲ ਗਿਆ, ਐਂਡ ਹੀ ਟੁੱਕ ਇਟ ਫॉर दैट, ਸ਼ੁਕਰਾਨਾ ਕੀਤਾ ਘਰ ਜਾ ਕੇ, ਐਂਡ the same thing happened with him, that case amounted to nothing, ਉਹਨੂੰ ਕੁਝ ਨਹੀਂ ਹੋਇਆ। ਸੋ ਗੱਲ ਇਹ ਸੀ ਕਿ ਮੈਨੂੰ ਨਹੀਂ ਪਤਾ ਉਹਦਾ ਕੀ ਦਿਮਾਗ, ਉਹ ਕਿਸ ਸਰਕਮਸਟੈਂਸਸ 'ਚ ਆਇਆ, ਉਹ ਆਪਣੇ ਵੱਲੋਂ ਸਤਸੰਗ ਵਾਸਤੇ ਆਇਆ ਸੀ, ਮੈਂ ਉਹਨੂੰ ਸਤਸੰਗ ਦਾ ਦੱਸ ਰਿਹਾ ਸੀ, ਪਰ ਗੁਰੂ ਨੂੰ ਪਤਾ ਸੀ। ਤੇ ਇਹਦੇ ਵਾਸਤੇ ਜਦੋਂ ਅਸੀਂ ਯਾਦ ਕਰਦੇ ਹਾਂ ਉਦੋਂ ਤਾਂ ਗੁਰੂ ਨੂੰ ਪਤਾ ਹੀ ਹੈ, ਜਦੋਂ ਅਸੀਂ ਨਹੀਂ ਯਾਦ ਕਰਦੇ, ਜਦੋਂ ਅਸੀਂ ਝੂਠ ਬੋਲ ਰਹੇ ਹਾਂ, ਜਦੋਂ ਅਸੀਂ ਬੇਈਮਾਨੀ ਕਰਦੇ ਹਾਂ, ਹਲੇ ਵੀ ਕਰਦੇ ਹਾਂ। ਸੋ ਇਹਦੇ ਵਾਸਤੇ ਸਭ ਤੋਂ ਵੱਡੀ ਮਿਹਰ ਤੇ ਇਹ ਹੈ ਕਿ ਚਰਨ ਮਿਲ ਜਾਣ, ਇੰਨੇ ਪਾਪ ਕਰਕੇ ਵੀ, ਇੰਨੀ ਗਲਤੀਆਂ ਕਰਕੇ ਵੀ ਮਿਹਰ ਚੱਲਦੀ ਰਹਿੰਦੀ ਹੈ, ਤੇ ਅਸੀਂ ਭਾਵੇਂ ਭੁੱਲ ਜਾਈਏ ਪਰ ਗੁਰੂ ਕੋਲੋਂ ਕੁਛ ਨਹੀਂ ਛੁਪਿਆ, ਐਂਡ ਦੈਟ ਇਜ਼ ਵਾਈ ਵੀ ਆਰ ਨੇਕਡ ਇਨ ਫਰੰਟ ਆਫ ਹਿਮ। ਇਹਦੇ ਵਾਸਤੇ ਸਮਝਣ ਦੀ ਐਫਰਟ ਕਿੱਥੇ ਸਮਝ ਆਣਾ ਹੈ, ਨਾ ਉਹਨੇ ਬੁੱਧੀ ਹੈ ਨਾ ਅੱਖਾਂ, ਉਹਨੇ ਐਡਮਿਸ਼ਨ ਦੇ ਦਿੱਤਾ ਹੀ ਉਹਨਾਂ ਹੀ ਬਹੁਤ ਹੈ। ਤੇ ਤਾਂ ਹੀ ਗੁਰੂ ਜੀ ਕਹਿ ਗਏ ਸੀ ਕਿ ਮੈਨੂੰ ਸਮਝੋ ਨਹੀਂ, ਮੇਰੀ ਸਿਫਤਾਂ ਕਰੋ, ਸਤਸੰਗ ਕਰੋ, ਤੇ ਉਹਨਾਂ ਦੀ ਮਿਹਰ ਹੈ ਜੋ ਥੋੜਾ ਬਹੁਤ ਉਹਨਾਂ ਨੇ ਕਿਹਾ ਹੈ, ਕਿਉਂਕਿ ਸਾਡੇ ਗੁਰੂ ਸਾਰੇ ਪ੍ਰੈਕਟੀਕਲ 'ਚ ਆਉਂਦੇ ਰਹੇ, ਉਹ ਇੱਕ ਇੱਕ ਸ਼ਬਦ ਸਮਝ ਲਓ ਇੱਕ ਇੱਕ ਗੀਤਾ ਦੇ ਬਰਾਬਰ ਹੈ। ਸਿਮਿਲਰਲੀ ਦੈਨ ਸਾਡੇ ਮੈਨਚੈਸਟਰ 'ਚ 20 ਸਾਲ ਬਾਅਦ ਬਰਫ਼ ਪਈ ਸੀ ਇੰਨੀ, ਤੇ ਸਾਡੇ ਆਉਣ ਤੋਂ ਬਾਅਦ ਸ਼ਾਇਦ ਪਹਿਲੀ ਵਾਰੀ 2010-2011 'ਚ, ਤੇ ਹੈ ਨਾ ਅਸੀਂ ਹੁਣ ਭਾਵੇਂ ਇੰਗਲੈਂਡ 'ਚ ਡਰਾਈਵਿੰਗ ਕਰਦੇ ਹੈਗੇ ਤੇ ਇੰਡੀਅਨ ਹੀ ਆ, ਭਾਵੇਂ ਲਾਇਸੈਂਸ ਲੈ ਲਓ ਤਾਂ ਵੀ ਰੈਸ਼ ਡਰਾਈਵਿੰਗ ਦੀ ਜੀਨਸ ਜਾਂ ਲਰਨਡ ਬਿਹੇਵੀਅਰ ਘੱਟ ਹੀ ਠੀਕ ਹੁੰਦਾ ਹੈ ਸ਼ੁਰੂ 'ਚ, ਖਾਸ ਕਰਕੇ ਉਹ 2010 ਤੇ ਹਲੇ ਇੰਡੀਅਨ ਸਟਾਈਲ ਡਰਾਈਵਿੰਗ ਗਈ ਨਹੀਂ ਸੀ ਪੂਰੀ, ਤੇ ਸਪੀਡ ਵੀ ਫਰਾਈਡੇ ਮਾਰਨਿੰਗ ਸੀ, ਹੈਵੀ ਸਨੋ ਹੋ ਚੁੱਕੀ ਸੀ ਰਾਤ ਤੋਂ, ਐਂਡ
70 ਮਾਈਲਸ ਜਾਂ ਕਹ ਲਓ 120 130 ਕਿਲੋਮੀਟਰ ਤੇ ਗੱਡੀ ਸਕਿਡ ਹੋ ਗਈ ਜਾਂ ਅਸੀਂ ਕਰਵਾਤੀ ਐਂਡ ਹਿੱਟ ਦੀ ਸੈਂਟਰਲ ਬੈਰੀਅਰ ਜੋ ਮੋਟਰਵੇ ਦੇ ਦੋ ਟ੍ਰੈਫਿਕ ਫਲੋ ਨੂੰ ਡਿਵਾਈਡ ਕਰਦਾ ਹੈ, ਉਹਦੇ ਜਾ ਕੇ ਗੱਡੀ ਵੱਜੀ ਐਂਡ ਦੀ 에ਅਰ ਬੈਗ ਓਪਨਡ। ਦਿਖਣਾ ਤਾਂ ਕੀ ਸੀ, ਨਾ ਸਟੀਅਰਿੰਗ ਕੰਟਰੋਲ ਨਾ ਕੁਛ। ਜੋ ਯਾਦ ਹੈ ਉਦੋਂ ਦਾ ਰੇਅਰ ਵਿਊ ਮਿਰਰ ਤੇ ਗੁਰੂ ਜੀ ਦੀ ਛੋਟੀ ਫੋਟੋ ਰੱਖੀ ਹੋਈ ਹੈ ਨਾ, ਚੁੰਨੀ ਨਾਲ ਬੰਦੀ ਹੋਈ। ਉਹ ਹਾਊ ਇਟ ਹੈਪਨਡ ਕੀ ਹੋਇਆ, ਪਰ ਨਾ ਜਿਹੜੀ ਮੇਰੇ ਸਾਈਡ ਤੇ ਸਟੀਅਰਿੰਗ ਦੇ ਨਾਲ ਜਿਹੜਾ ਏਸੀ ਦੇ ਉੱਤੇ ਜਿਹੜਾ ਡੈਕ ਚ ਹੁੰਦਾ ਹੈ, ਉੱਥੇ ਆ ਕੇ ਅਪਰਾਈਟ ਐਂਡ ਆਈ ਕੁਡ ਸੀ ਇਟ। ਉਸ ਵੇਲੇ ਤੇ ਯਾਦ ਤੇ ਰਹਿੰਦਾ ਕੀ ਹੋਇਆ ਜਦੋਂ ਇਹੋ ਜਿਹੇ ਕੰਮ ਹੁੰਦੇ ਆ, ਤੇ ਮੇਰੇ ਮੂੰਹ ਚੋਂ ਨਿਕਲਿਆ ਗੁਰੂ ਜੀ ਮੈਂ ਗਿਆ। ਤੇ ਜੇ ਸੈਂਟਰਲ ਬੈਰੀਅਰ ਤੇ ਮਾਰਿਆ ਮਤਲਬ ਕਿ ਤੁਸੀਂ ਫਾਸਟ ਲੇਨ ਚ ਸੀ, ਹਲੇ ਉਸ ਤੋਂ ਅੰਦਰ ਦੋ ਲੇਨਾਂ ਹੋਰ ਹੈਗੀਆਂ ਸੀ, ਫੇਰ ਜਾ ਕੇ ਹਾਰਡ ਸ਼ੋਲਡਰ ਹੈ ਜਿੱਥੇ ਤੁਸੀਂ ਗੱਡੀ ਰੋਕ ਸਕਦੇ ਹੋ। ਪਰ ਮੈਂ ਤੇ ਕਾਰ ਦਾ ਕੰਟਰੋਲ ਵਿਦ 에ਅਰ ਬੈਗਸ ਓਪਨ ਐਂਡ ਐਵਰੀਥਿੰਗ, ਨੋ ਕੰਟਰੋਲ। ਪਰ ਗੱਡੀ ਫਾਸਟ ਲੇਨ ਤੋਂ ਮਿਡਲ ਲੇਨ, ਮਿਡਲ ਤੋਂ ਇਨਰ ਐਂਡ ਇਨਰ ਤੋਂ ਹਾਰਡ ਸ਼ੋਲਡਰ ਤੇ ਆਪਣੇ ਆਪ ਗਈ ਹੈ, ਸਿੱਧੇ ਮੂੰਹ ਗਈ ਹੈ ਤੇ ਰੁਕੀ ਹੈ। ਨਾ ਮੈਂ ਕਿਸੇ ਨੂੰ ਮਾਰਿਆ ਨਾ ਕਿਸੇ ਨੇ ਮੈਨੂੰ ਮਾਰਿਆ, ਮਤਲਬ ਗੱਡੀ ਨੂੰ। ਦੋਵੇਂ ਕੇਸਾਂ 'ਚ ਫਿਰ ਕ੍ਰਿਮੀਨਲ ਕੇਸ ਹੀ ਜੋ ਹੁੰਦਾ ਤੇ ਹੁੰਦਾ, ਪਰ ਆਪਣੀ ਜਾਨ ਜੋ ਸੀ। ਐਂਡ ਯੈਸ ਨਾ ਹਾਈਵੇ ਕੋਡ ਪੜ੍ਹੇ ਹੋਏ ਸੀ ਕਿ ਤੁਸੀਂ ਜਦੋਂ ਵੀ ਹਾਰਡ ਸ਼ੋਲਡਰ ਤੋਂ ਨਿਕਲਣਾ ਤੇ ਪੈਸੇਂਜਰ ਸੀਟ ਤੋਂ ਨਿਕਲੋ। ਔਰ ਜਦੋਂ ਐਡਾ ਵਧੀਆ ਐਕਸੀਡੈਂਟ ਹੋਇਆ ਤੇ ਫਿਰ ਉਹ ਸਭ ਭੁੱਲ ਜਾਂਦਾ ਹੈ। ਬਟ ਯੈਸ ਆਈ ਕੁਡ ਸਮੈਲ ਸਮਥਿੰਗ ਬਰਨਿੰਗ when the car stopped. So I took Guruji's photo, matha tekya jeb ch pai, and I opened the driver's door, got the horn from a lorry kyunki piche aa rahi si, te apna bag aake chuk ke आराम ਨਾਲ खड़े हो गए। And trust me, no scratch, nothing. हाँ कार तो राइट ऑफ हो गई, पर अदरवाइज नथिंग। सिक्योरिटी तो गुरु जी लिखी हुई है ना। दो वन पैसेंजर भाई जो होंदा नहीं है ना, ही स्टॉप्ड, मतलब मोटरवे ते कोई रुकदा नहीं है। ही स्टॉप्ड एंड सेड कि तू ठीक है, तेनों कोई चाहिदा ते नहीं? मैं क्या नहीं, एवरीथिंग इज फाइन। एंड आई वेंट एंड वर्क दैट डे एंड द स्नो कंटिन्यूड। ते राज में मैं राती आंदे हुए दस्या कि मेरा एक्सीडेंट होया, एंड ऑल माय colleagues were of the opinion कि whiplash injury होनी है, होना तेनों पता नहीं, तू छुट्टी ले लै, 2-3 दिन वेख ठीक होया फिर ही आई। पर मैं क्या नहीं, जो गुरु ने रखा तो ऐसे को रखे छुट्टियां मनाओ, एवरीथिंग इज फाइन। एंड दैट इज हाउ इट वाज। नो इंजरीज, नो आफ्टरमैथ, नो concussions, nothing, and full on duty from the next day onwards. ਇਹਦੇ ਵਾਸਤੇ ਮੰਗਣਾ ਵੀ ਕੀ ਹੈ ਤੇ ਲੈਣਾ ਵੀ ਕੀ ਹੈ, ਬੇਸਿਕਲੀ ਸਬਮਿਟ ਕਰਨਾ ਹੈ। ਜੇ ਗੁਰੂ ਜੀ ਦੀ ਜ਼ਿੰਦਗੀ ਹੈ ਆਪਣੇ ਆਪ ਸਵਾਰ ਦਿੰਦੇ, ਤੇ ਜੇ ਉਹ ਸਵਾਰਦੇ ਹੈ ਉਹ ਅਸੀਂ ਸੋਚ ਨਹੀਂ ਸਕਦੇ। ਸਾਡੀ ਸੋਚ ਕਿੰਨੀ, 2 ਸਾਲ 5 ਸਾਲ 30 ਪੁੱਤਾਂ ਇਸ ਤੋਂ ਕਿਤੇ ਜਾਂਦੀ ਨਹੀਂ, ਪਰ ਉਹ ਸਾਡੇ ਪਿਛਲੇ ਅਗਲੇ ਸਾਰੇ ਸਵਾਰ ਕੇ ਰੱਖਦੇ। ਇੰਗਲੈਂਡ ਆਉਣ ਤੋਂ ਪਹਿਲਾਂ ਮੈਂ ਗੁਰੂ ਜੀ ਨੂੰ, ਕਿਉਂਕਿ ਛੋਟਾ ਮੰਦਿਰ ਵੇਖਿਆ ਸੀ, ਵੱਡਾ ਮੰਦਿਰ ਵੇਖਿਆ ਸੀ, ਬਾਕੀ ਸੁਣੇ ਸੀ, ਜਲੰਧਰ ਮੰਦਿਰ, ਡੁਗਰੀ ਮੰਦਿਰ। ਸੋ ਇੱਕ ਹੋਰ ਜਿਹੜੇ ਸੰਗਤ ਹੈਗੇ ਸੀ, ਅਸੀਂ ਕਿਹਾ ਚਲੋ ਹੋ ਕੇ ਆਉਂਦੇ ਹਾਂ। ਮੈਂ ਕਿਹਾ ਇੰਗਲੈਂਡ ਤੋਂ ਜਾਣ ਤੋਂ ਪਹਿਲਾਂ ਇਹ ਵੀ ਅਸੀਂ ਮੱਥਾ ਟੇਕਾਈਏ। ਅੱਛਾ, ਉਹਨਾਂ ਨੇ ਕਿਹਾ ਨਹੀਂ ਗੁਰੂ ਜੀ ਦੀ ਫਿਰ ਅੱਗੇ ਲੈ ਹੀ ਲੈਂਦੇ ਆ, ਤੇ ਅੱਗੇ ਲੈਣ ਵਾਸਤੇ ਮੈਨੂੰ ਅੱਗੇ ਕਰਤਾ, ਡਾਕਟਰ ਅੰਕਲ ਤੁਸੀਂ ਲੈ ਲਓ। ਆਪਾਂ ਕਿਹਾ ਠੀਕ ਹੈ, ਗਏ ਗੁਰੂ ਜੀ ਨੂੰ ਕਿਹਾ, ਗੁਰੂ ਜੀ ਜਾਣ ਤੋਂ ਪਹਿਲਾਂ ਮਤਲਬ ਡੁਗਰੀ ਤੇ ਆਈਏ, ਜਲੰਧਰ
ਗੁਰੂ ਜੀ ਨੇ ਬੜੇ ਪਿਆਰ ਨਾਲ ਕਿਹਾ ਇਕੱਠੇ ਚੱਲਾਂਗੇ। ਜਦੋਂ 2005 ਚ ਮੈਂ ਇੰਗਲੈਂਡ ਆਇਆ ਤੇ 2006 ਚ ਮੈਂ ਫਿਰ ਹੈ ਨਾ ਬੰਦ ਲਿਆ ਸੀ ਕਿ ਆਪਾਂ ਜੁਲਾਈ ਚ ਇੰਗਲੈਂਡ ਜਾਣਾ ਹੀ ਹੈ, ਸੌਰੀ ਇੰਡੀਆ ਜਾਣਾ ਹੀ ਹੈ। ਤੇ ਬੋਨਸ ਹੁੰਦਾ ਸੀ ਕਿਉਂਕਿ ਛੁੱਟੀਆਂ ਤੇ ਤਿੰਨ ਹਫ਼ਤੇ ਜ਼ਿਆਦਾ ਨਹੀਂ ਮਿਲਦੀਆਂ, ਪਰ ਐਵਰੀ ਆਲਟਰਨੇਟ ਈਅਰ ਜਾਂ ਐਵਰੀ ਸੈਕੰਡ ਥਰਡ ਈਅਰ ਇੱਕ ਬੋਨਸ ਹੁੰਦਾ ਸੀ ਕਿ ਗੁਰਪੂਰਨਿਮਾ ਤੇ 7 ਜੁਲਾਈ ਜਨਮ ਦਿਨ ਦੋਵੇਂ ਇਕੱਠੇ ਮਨਾ ਲੈਂਦੇ ਸੀ ਤੇ ਸੇਵਾ ਮਿਲਦੀ ਰਹੀ। ਸੋ ਨਹੀਂ ਤੇ ਫਿਰ 7 ਜੁਲਾਈ ਮਨਾ ਕੇ ਅਸੀਂ ਜਾਂਦੇ ਹੁੰਦੇ ਸੀ। ਸੋ ਜਦੋਂ ਪਹਿਲੀ ਵਾਰੀ ਆਇਆ ਐਂਡ ਰਾਜ ਇਸ ਫਰਮ ਸੋਨੀਪਤ, ਤੇ ਅਸੀਂ ਸੋਨੀਪਤ ਵੀ ਗਏ ਤੇ ਮੈਂ ਸੋਨੀਪਤ ਤੋਂ ਵੀ ਆ ਜਾਣਾ ਤੇ 4 ਦਿਨ ਛੋਟੇ ਮੰਦਿਰ ਵੀ ਹਾਜ਼ਰੀ ਤੇ ਜੇ ਇੱਧਰ ਵੱਡੇ ਮੰਦਿਰ ਸੇਵਾ ਤੇ ਕਰਨੀ। ਤੇ ਜਾਣ ਵੇਲੇ ਗੁਰੂ ਜੀ ਨੇ ਕਿਹਾ ਆ ਗਿਆ ਡਾਕਟਰ ਬਿਨਾ ਪਾਸਪੋਰਟ ਤੋਂ। ਫਿਰ ਪਹਿਲਾਂ ਤੇ ਉਹੀ ਗੁਰੂ ਜੀ ਜੋ ਵੀ ਕਹਿੰਦੇ ਮੱਥਾ ਟੇਕਣਾ ਹੁੰਦਾ, ਡਾਂਟ ਇੰਨੀ ਪਈ ਹੋਈ ਹੈ ਤੇ ਇਹ ਵੀ ਠੀਕ ਸੀ। ਫਿਰ ਸਮਝ ਆਇਆ ਕਿ ਜਿਸ ਤਰ੍ਹਾਂ ਹਮੇਸ਼ਾ ਹੁੰਦਾ ਰਿਹਾ ਹੈ, ਬੁਲਾਵਾ ਉਹਨਾਂ ਦਾ, ਆਗਿਆ ਉਹਨਾਂ ਦੀ। ਛੋਟੇ ਮੰਦਿਰ ਚ ਵੀ ਵੇਖਿਆ ਹੋਇਆ, ਅਸੀਂ ਸਾਰਿਆਂ ਨੇ ਵੇਖਿਆ, ਵੱਡੇ ਮੰਦਿਰ ਵੀ ਜਿੰਨੇ ਤੱਕ ਬੁਲਾਵਾ ਨਾ ਹੋਵੇ ਨਹੀਂ ਪਹੁੰਚ ਸਕਦੇ, ਤੇ ਆਗਿਆ ਤੋਂ ਬਿਨਾਂ ਜਾਣ ਦਾ ਮਤਲਬ ਹੀ ਨਹੀਂ ਹੈ। ਤੇ ਬੜੀ ਵਾਰੀ ਫਿਰ ਅਸੀਂ ਸਾਰਿਆਂ ਨੇ ਐਕਸਪੀਰੀਅੰਸ ਕੀਤਾ ਕਿ ਤੁਹਾਡੇ ਨਾਲ ਫ੍ਰੈਗਰੈਂਸ ਜਾਂਦੀ ਹੈ ਤੇ ਰਹਿਣੀ ਹੋਵੇ ਤੇ 2-4 ਦਿਨ ਰਹਿ ਜੇ, ਰਹਿਣੀ ਹੋਵੇ ਜਿੰਨੀ ਵੀ ਰਹਿ ਜੇ, ਪਰ ਘਰ ਦੇ ਦਰਵਾਜ਼ੇ ਤੱਕ ਤੇ ਜਾਂਦੀ ਹੈ। ਐਂਡ ਦੈਟ ਇਜ਼ ਯਰ ਗੁਰੂ ਪ੍ਰੋਟੈਕਟਿੰਗ ਯੂ। ਐਂਡ ਤਾਂ ਹੀ ਕਹਿੰਦੇ ਹੁੰਦੇ ਸੀ ਕਿ ਸਤਸੰਗ ਤੋਂ ਬਾਅਦ ਸਿੱਧਾ ਘਰ ਜਾਓ, ਇੱਧਰ ਉੱਧਰ ਮੂੰਹ ਨਾ ਮਾਰੋ। ਸੋ ਫਿਰ ਉਹ ਸਮਝ ਆਇਆ ਕਿ ਇੰਗਲੈਂਡ ਤੋਂ ਵੀ ਤੇ ਹੁਕਮ ਤੇ ਉਹਨਾਂ ਦਾ ਹੀ ਹੈ ਤੇ ਲੈ ਕੇ ਤੇ ਉਹਨਾਂ ਨੇ ਆਣਾ ਤੇ ਜਾਣਾ ਵੀ ਉਹਨਾਂ ਦੀ ਆਗਿਆ ਨਾਲ ਹੀ ਹੈ। ਉਹ ਇਹਨਾਂ ਮੋਟੀ ਬੁੱਧੀ ਹੈ, ਬਲਬ ਲੇਟ ਜਲਦੇ ਸੀ, ਪਰ ਗੁਰੂ ਜੀ ਨੂੰ ਪਤਾ ਸੀ ਓਪੇਕ ਮਾਈਂਡਸ ਗੁਰੂ ਦੀ ਸੰਗਤ ਚ ਖੂਬ ਹੁੰਦੇ ਆ, ਮਤਲਬ ਮੇਰੇ ਤਾਂ ਹੈਗੇ ਸੀ। ਸੋ ਦੈਨ ਇਟ ਡਾਊਨਡ ਕਿ ਠੀਕ ਹੈ, ਅਸੀਂ ਕਿਹੜਾ ਗੁਰੂ ਜੀ ਨੂੰ ਪੁੱਛ ਕੇ ਆਏ ਸੀ ਕਿ ਅਸੀਂ ਤੇ ਬਸ ਚਲੋ ਜੀ ਬਿਸਰਾ ਬੰਦੇ ਤੇ ਆ ਗਏ। ਸੋ ਦ ਨੈਕਸਟ ਈਅਰ ਵਿਸਾਖੀ ਤੇ ਵੀ ਛੁੱਟੀ ਹੈਗੀ ਸੀ, ਪਰ ਹੁਣ ਅਕਲ ਆ ਗਈ ਸੀ। ਅਸੀਂ ਪਹਿਲਾਂ ਕਿਹਾ ਬ੍ਰਦਰ ਨੂੰ ਕਿ ਪੁੱਛ ਲਓ ਗੁਰੂ ਜੀ ਕੋਲੋਂ ਕਿ ਅਸੀਂ ਆਈਏ, ਤੇ ਗੁਰੂ ਜੀ ਕੀ ਕਰਨਾ ਡਾਕਟਰ ਨੇ ਆ ਕੇ, ਬੁਰਾ ਤਾਂ ਲੱਗਿਆ। ਪਰ ਉਸੇ ਹੀ ਵਿਸਾਖੀ ਤੇ ਗੁਰੂ ਜੀ ਨੇ ਆਪਣੀ ਸੰਗਤ ਭੇਜੀ and they came to just on a tourist visa to see England. They stayed with us, and for those Vaisakhi days it was full on satsang with them on Scotland journey and everything, and ਅਸੀਂ ਗੁਰੂ ਜੀ ਦੇ ਖੂਬ satsang ਕੀਤੇ। and then mass madhi happened, ਪਰ ਹਾਂ ਜੁਲਾਈ ਚ ਅਸੀਂ ਕਿਹਾ ਅਸੀਂ ਆਣਾ। ਸੋ ਵਿਸਾਖੀ ਦੇ ਬਾਅਦ ਅਸੀਂ ਫਿਰ ਕਿਹਾ ਕਿ ਪੁੱਛ ਲਓ ਅਸੀਂ ਜੁਲਾਈ ਚ ਤੇ ਆਈਏ ਨਾ। ਐਂਡ ਗੁਰੂ ਜੀ ਨੇ ਅਗੇਨ ਬੈਨੇਵੋਲੈਂਟਲੀ ਕਿਹਾ ਕਿ ਹਾਂ ਬੁਲਾ ਡਾਕਟਰ ਨੂੰ। So the July 7th was open, and Mahasamadhi happened between that Agya and the actual July 7th was birthday. Then by His grace, for 10 years or more, we have been there on 7th of July, and we have done the seva, we have done ਜਿਸ ਤਰ੍ਹਾਂ ਚੱਲਦਾ ਸੀ ਉਸ ਤਰ੍ਹਾਂ ਹੋਇਆ। ਫਿਰ ਅਸੀਂ ਡੁਗਰੀ ਵੀ ਗਏ ਤੇ ਜਲੰਧਰ ਵੀ ਗਏ, ਤੇ ਜੋ ਗੁਰੂ ਜੀ ਨੇ ਕਿਹਾ ਸੀ ਨਾ ਕਿ ਨਾਲ ਚੱਲਾਂਗੇ, ਅਗੇਨ ਸੰਗਤ ਜਾਣਦੀ ਹੈ ਜਦੋਂ ਗੁਰੂ ਜੀ ਨਾਲ ਚੱਲਦੇ ਹੈ ਉਹਦੇ ਵਾਸਤੇ ਚੋਲੇ ਦੀ ਲੋੜ ਨਹੀਂ ਹੈ, ਉਹਨਾਂ ਦੀ ਫ੍ਰੈਗਰੈਂਸ, ਮੋਰ, ਯੂ ਨੇਮ ਇਟ, ਹੈ ਨਾ। ਉਸ ਲਈ ਤੁਹਾਨੂੰ ਪੂਰੀ ਕਾਇਨਾਤ ਤੁਹਾਨੂੰ ਦੱਸਦੇ ਕਿ ਗੁਰੂ ਤੁਹਾਡੇ ਨਾਲ ਹੈ। ਐਂਡ ਯੈਸ ਵੀ ਉਹਦੇ ਬਾਅਦ ਵੀ ਅਸੀਂ 1-2 ਵਾਰੀ ਗਏ ਆ, ਪਰ ਉਹ ਜਿਹੜੀ ਜਰਨੀ ਸੀ ਗੁਰੂ ਜੀ ਦੇ ਡੁਗਰੀ ਦੇ ਮੰਦਿਰ ਦੀ ਵੀ ਤੇ ਜਲੰਧਰ ਮੰਦਿਰ ਵੀ, ਇਟ ਇਜ਼ ਐਚਡ। ਐਂਡ ਆਪਣੇ ਆਪ ਗੁਰੂ ਜੀ ਨੇ ਵੀ ਹੋਰ ਸੰਗਤ ਭੇਜੀ ਜਿਹੜੇ ਉਹਨਾਂ ਦੇ
ਡੁਗਰੀ ਦੇ ਚਮਤਕਾਰ ਤੇ ਡੁਗਰੀ ਦੇ ਸਤਸੰਗ ਜਿੱਥੇ ਉਹਨਾਂ ਨੇ ਸਮਾਧੀ ਲਾਈ ਜਾਂ ਭਗਤੀ ਕੀਤੀ, ਉਹ ਸਥਾਨ ਸਭ ਆਪਣੇ ਆਪ we know nothing about in that sense about ਡੁਗਰੀ। ਮੰਦਿਰ ਹੈਗਾ, ਗੁਰੂ ਜੀ ਉੱਥੇ ਹੈਗੇ ਸੀ, ਹੈ ਨਾ, ਬਾਪੂ ਜੀ ਨੇ, ਐਂਡ ਮਾਤਾ ਜੀ ਵਾਸਤੇ ਇੱਕ ਵਾਰੀ ਗੁਰੂ ਜੀ ਦਾ ਫੋਨ ਆਇਆ ਸੀ, ਬਟ ਹੈ ਨਾ ਬਾਈ ਦ ਟਾਈਮ ਵੀ ਵੈਂਟ ਮਾਤਾ ਜੀ ਨਹੀਂ ਸੀ ਚੋਲੇ ਚ। But then in that journey, all the details of that ਜੋ ਵੀ ਗੁਰੂ ਜੀ ਨੇ ਡੁਗਰੀ ਤੇ ਜਲੰਧਰ ਚ ਕੀਤਾ ਸੀ, ਤੇ ਉੱਥੇ ਵੀ ਸਤਸੰਗ, ਲੰਗਰ, and then we've gone after that as well। but ਉਹ ਜਿਹੜਾ ਗੁਰੂ ਨੇ ਕਿਹਾ ਸੀ ਕਿ ਨਾਲ ਚੱਲਾਂਗੇ, ਉਹ ਫਿਰ ਤਾਂ ਸਮਝ ਆਉਂਦਾ ਹੈ ਕਿ ਪਹਿਲਾਂ ਵੀ ਮੈਂ, ਹੁਣ ਵੀ ਮੈਂ, ਤੇ ਬਾਅਦ ਚ ਵੀ ਮੈਂ। ਇਹਦੇ ਵਾਸਤੇ ਸਾਰੀ ਬੰਦਿਸ਼ਾਂ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ। ਗੁਰੂ ਤੇ ਹੈਗਾ, ਤੇ ਗੁਰੂ ਤੇ ਚੇਲੇ ਦੇ ਵਿੱਚ ਕੋਈ ਵੀ ਨਹੀਂ ਹੈ, ਪਰ ਅਸੀਂ ਲੱਭਦੇ ਹਾਂ। ਲੱਭਦੇ ਆ ਤਾਂ ਮਤਲਬ ਅਸੀਂ ਆਪਣੇ ਨੂੰ ਗੁਰੂ ਤੋਂ ਦੂਰ ਕਰਦੇ ਹਾਂ। ਤੇ ਗੁਰੂ ਤੇ ਸਾਡੇ ਨਾ ਸੁਣਦੇ ਸੀ ਨਾ ਖਾਂਦੇ ਸੀ, ਹਮੇਸ਼ਾ ਸੰਗਤ ਵਾਸਤੇ ਕੀਤਾ ਉਹਨਾਂ ਨੇ, ਉਹ ਹੁਣ ਵੀ ਉਸ ਤਰ੍ਹਾਂ ਹੀ ਹੈ। ਤੇ ਅਸੀਂ ਆਲਸੀ ਹੋ ਗਏ ਹਾਂ, ਤੇ ਹੁਣ ਅਸੀਂ ਸਤਸੰਗ ਆਪਣੇ ਹਿਸਾਬ ਨਾਲ, we have changed the timings on occasions, we have changed the duration on occasions। ਪਰ ਜੋ ਗੁਰੂ ਜੀ ਦੇ ਸ਼ਬਦ ਗੁਰੂ ਜੀ ਦੇ ਟਾਈਮ ਤੇ ਚੱਲੇ, ਉਹਨਾਂ ਦੀ ਜੋ ਬਲੈਸਿੰਗ ਤੇ ਸਵਾਦ ਹੈ, ਤੇ ਜਿਸ ਤਰ੍ਹਾਂ ਉਹਨਾਂ ਨੇ, ਦੇਖੋ ਸਾਡੇ ਗੁਰੂ ਮਾਸਟਰ ਆਰਗੇਨਾਈਜ਼ਰ ਤੇ ਹੈਗੇ ਸੀ ਨਾ, ਕਿਹੜਾ ਕਿਸ ਤਰ੍ਹਾਂ ਕਰਨਾ ਹੈ ਉਹ ਤੇ ਦੱਸ ਗਏ, ਕੀ ਕਿਸ ਤਰ੍ਹਾਂ ਕਰਨਾ ਹੈ, ਕੀ ਮਰਿਆਦਾ ਹੈ। ਇਹਦੇ ਵੈਸੇ ਨੈਟਵਰਕਿੰਗ ਤੇ ਸਤਸੰਗ ਦਾ ਕੋਈ ਮਤਲਬ ਹੀ ਨਹੀਂ ਹੈ। ਐਂਡ ਦੇਅਰਫੋਰ that is his blessing। ਜਿਸ ਤਰ੍ਹਾਂ ਉਹਨਾਂ ਨੇ, ਜਿਸ ਤਰ੍ਹਾਂ ਅਸੀਂ ਸਿੱਖਿਆ, ਜਿਸ ਤਰ੍ਹਾਂ ਉਹਨੇ ਸਾਨੂੰ ਦੱਸਿਆ, ਉਸ ਤਰ੍ਹਾਂ ਸਤਸੰਗ ਹੁੰਦੇ ਜਾ ਰਹੇ। no twist required, no interpretation, reinterpretation required। ਜਦੋਂ ਕਹਿ ਗਿਆ ਗੁਰੂ ਸਾਨੂੰ ਕਿ ਤੁਸੀਂ ਹੁਣ ਵੀ ਮੈਂ, ਬਾਅਦ ਚ ਵੀ ਮੈਂ, ਤੇ ਹੁਣ ਵੀ ਉਹਨਾਂ ਨੂੰ ਮੱਥਾ ਟੇਕੋ, ਉਹੀ ਰਸ ਮੰਨੋ, ਤੇ ਆਪਣੇ ਗੁਰੂ ਨੂੰ ਯਾਦ ਰੱਖੋ। ਸੋ that is my journey। ਜੋ ਉਹਨਾਂ ਨੇ ਸਿਖਾਇਆ, ਮਤਲਬ ਵੱਡੇ ਜੋ ਉਹਨਾਂ ਨੇ ਵਿਖਾਇਆ ਸੀ, ਤੇ ਵੱਡੇ ਮੰਦਿਰ ਚ ਵੀ ਲੋਕਾਂ ਨੂੰ ਤਾਂ ਨਹੀਂ, ਪਰ ਹਾਂ ਜਾਦੂ ਟੋਨਾ ਵਿਖਾਇਆ ਸੀ। ਠੀਕ ਹੈ, ਤਵੀਜ਼, ਤੁਸੀਂ ਜੋ ਵੀ ਕਹਿ ਲਓ, ਵਾਟ ਐਵਰ ਦੈਟ ਥਿੰਗਸ ਆਰ, ਉਹ ਵੀ ਵਿਖਾਇਆ ਹੋਇਆ। ਤੇ ਤਾਂ ਕਿ ਸੰਗਤ ਕਿਹੜੀ ਹੈ, ਸੰਗਤ ਕਿਹੜੀ ਹੋ ਸਕਦੀ ਹੈ, ਉਹਦਾ ਨੇ ਗੁਰੂ ਜੀ ਨਾਲ ਸੀ। ਐਂਡ ਜੋ ਸੰਗਤ ਉਦੋਂ ਹੈਗੀ ਸੀ ਨਾਲ, we could see the pain ਜੋ ਸਭ ਦਾ ਮਾਪਿਆ ਹੈਗਾ, ਉੱਥੇ ਵੀ ਇਹ ਸਭ ਹੋ ਜਾਏ। ਸੋ ਜੋ ਉਹਨਾਂ ਦੇ ਵਚਨ ਹੈ, ਇੱਕ ਇੱਕ ਅਕਸ਼ਰ ਇੱਕ ਇੱਕ ਗ੍ਰੰਥ ਦੇ ਬਰਾਬਰ ਹੈ। ਇਸ ਤਰ੍ਹਾਂ ਉਹਨੇ ਇੱਕ ਵਾਰੀ ਬੁਲਾਇਆ ਸੀ, ਅਗੇਨ ਕਿਚਨ ਪੈਨਲ ਤੇ, ਉਦੋਂ ਚੱਲ ਰਿਹਾ ਸੀ ਸ਼ਬਦ ਬੰਦਗੀ ਕਰ ਬੰਦਗੇ, ਤੇ ਗੁਰੂ ਜੀ ਨੇ ਹੱਥ ਕਰਕੇ ਬੁਲਾ ਲਿਆ। ਤੇ ਉਦੋਂ ਵੀ ਬਾਈ ਗॉड्स ग्रेस है ना, देयर वाज नथिंग पर्सनल डिस्कस्ड। उन्होंने इस तरह कहता रिसर्च करी। अच्छा मैं पीजीआई ਚ ਸੀ, ਥੋੜੀ ਬਹੁਤ ਕੀਤੀ ਹੋਈ ਸੀ, ਸਾਈਕੈਟਰੀ ਚ ਕਰਨੀ ਹੁੰਦੀ ਹੈ ਡਿਸਰਟੇਸ਼ਨ ਇਹ ਉਹ, ਤੇ ਪੀਜੀਆਈ ਰਿਸਰਚ ਇੰਸਟੀਚਿਊਟ ਵੀ ਹੈਗਾ ਸੀ ਕਿ ਚੰਗਾ ਜੀ, ਕਹਿੰਦੇ ਡਾਇਬਟੀਜ਼ ਤੇ ਕਰੀ, ਹੈ ਨਾ। ਮੇਰੇ ਬ੍ਰਦਰ ਨੂੰ ਵੀ ਕਿਹਾ ਹੋਇਆ। ਅੱਛਾ ਹੁਣ ਆਪਣੀ ਸੋਚ ਤੇ ਉਨੀ ਹੈ ਨਾ ਕਿ ਠੀਕ ਹੈ, मतलब कि गुरु जी पता नहीं की कह रहे हैं कि डायबिटीज से करनी है, तो फिर डायबिटीज से पेपर किस तरह आएगा? तो मतलब मेंटल इलनेस से कम करना है, वो पेपर ते है, पर चलो गुरु जी विखा देंगे। तो दिस इज इंटरप्रिटेशन। आप क्या चलो ठीक है जी, लाइसेंस साइकैट्री जो मेरे साइकैट्रिस्ट फ्रेंड है जो हॉस्पिटल च मरीज वेखते हैं,
ਉਹ ਸ਼ਾਇਦ ਡਾਇਬੀਟੀਜ਼ ਦੇ ਕਰਨਗੇ ਤੇ ਅਸੀਂ ਵੀ ਜੁੜ ਜਾਾਂਗੇ। And then in 2010 I had a severe backache। ਉਹ backache ਤੇ ਹੋਈ 3 weeks bedridden, but yes MRI सब ठीक है, ये सब आए, पर कोइंसिडेंटल फाइंडिंग आई कि आई एम प्री डायबिटिक, कि मेरी शुगर लेवल होनी नहीं है जितने की गोली दी जाए, पर नॉर्मल तो ज्यादा है। तो वो भी समझ आ गया कि गुरु क्यों कह रहे थे कि रिसर्च करो। एंड देन आई स्टार्टेड रीडिंग कि बिना दवाई लाए की कीता जाए कि डायबिटीज ठीक रहे। ਤੇ ਸਾਡੀ ਇੰਡੀਅਨ ਪੋਪੂਲੇਸ਼ਨ ਚ ਡਾਇਬੀਟੀਜ਼ ਜ਼ਿਆਦਾ ਹੈ, ਉਹ ਵੀ ਸਭ ਨੂੰ ਪਤਾ ਹੈ। ਯੰਗ ਏਜ ਹੁੰਦੀ ਹੈ, ਉਹ ਵੀ ਸਾਡੇ ਨਾਲ ਹੈ, ਮੇਰੇ ਨਾਲ ਵੀ ਉਹੀ ਹੋਣਾ ਸੀ। ਫੈਮਿਲੀ ਹਿਸਟਰੀ ਮੇਰੀ ਹੈਗੀ ਹੈ। ਜ਼ਿਆਦਾਤਰ 3-4 ਸਾਲ ਇੰਡੀਅਨ ਪੋਪੂਲੇਸ਼ਨ ਚ 3-4 ਸਾਲ ਚ ਪ੍ਰੀ ਡਾਇਬੀਟਿਕ ਹੋ ਜਾਂਦੇ। ਤੇ ਉਦੋਂ ਜਿਹੜੀ ਮੈਂ ਫਿਰ ਰਿਸਰਚ ਪੜ੍ਹੀ, ਉਹ ਵੀ ਮੈਂ ਨਹੀਂ ਪੜ੍ਹੀ, ਉਹ ਆਪਣੇ ਆਪ ਕਹਿ ਲਓ ਕਿ ਮੇਰੇ ਫੋਨ ਤੇ ਉਹ ਪੇਪਰ ਆ ਗਿਆ, ਲਿਟਰਲੀ ਜਿਹਨੂੰ ਕਹਿੰਦੇ ਆਣਾ ਹੁੰਦਾ ਨਾ, ਨਿਊਜ਼ ਚੈਨਲ ਤੇ ਫਲੈਸ਼ ਹੋਇਆ। ਉਹ ਡਾਇਬੀਟੀਜ਼ ਦਾ ਮੋਸਟ ਰਿਪਿਊਟਡ ਜਰਨਲ, ਜੋ ਮੈਂ ਕਦੀ ਜ਼ਿੰਦਗੀ 'ਚ ਨਾ ਪਹਿਲਾਂ ਵੇਖਿਆ ਨਾ ਬਾਅਦ 'ਚ ਵੇਖਿਆ, ਨਾ ਉਦੋਂ ਵੀ ਨਹੀਂ ਵੇਖਿਆ ਕਿ ਟਰੂਥਫੁਲ, ਬਸ ਰਿਪੋਰਟ ਹੀ ਵੇਖੀ। ਉੱਥੇ ਲੋ ਕਾਰਬ ਡਾਈਟ, ਜਦੋਂ ਹਲੇ ਲੋਕਾਂ ਨੇ ਸੁਣਿਆ ਨਹੀਂ ਸੀ, ਇਟ ਵਾਸ ਆਲ ਲੋ ਫੈਟ ਡਾਈਟ 2008-9-10 ਚ ਉਹਦੇ ਬਾਰੇ ਲਿਖਿਆ ਹੋਇਆ ਸੀ। ਐਂਡ getting all those trans and ਜਿਹੜੀਆਂ ਹੁਣ ਮਤਲਬ ਕਿ ਅੱਜ ਕੱਲ are like fashion in the diet world, and now they are being adopted by, over the last 5 years they've been adopted, है ना। ਉਦੋਂ ਪਹਿਲੀ ਸਟੱਡੀ ਸੀ ਉਹ, and without any effort it landed in my conscious, and by his grace ਹੁਣ 10-11 ਸਾਲ ਹੋ ਗਏ। ਐਕਸਰਸਾਈਜ਼ ਸਾਡੇ ਕੋਲ ਹੁੰਦੀ ਨਹੀਂ, ਇੰਡੀਅਨ ਜੀਨ ਹੈ ਜਿਹੜੀ ਮਾੜੀ ਵਾਲੀ ਹੁੰਦੀ ਹੈ ਐਕਸਰਸਾਈਜ਼ ਦੇ ਮਾਮਲੇ 'ਚ। ਬਟ ਯੈਸ, ਹਲੇ ਵੀ ਪ੍ਰੀ ਡਾਇਬੀਟਿਕ ਸਟੇਜ ਹੀ ਚੱਲ ਰਹੀ ਹੈ। ਦੀ levels have been reducing, ਜਿੱਥੋਂ ਸ਼ੁਰੂ ਹੋਏ ਸੀ ਉੱਥੋਂ over the years ਹਲੇ ਵੀ reduce ਹੀ ਹੋ ਰਹੇ ਹੈ, and the last one was within normal range, though again nothing I could have done about it. So that was what his meaning of research was, ਕਿ ਤੁਸੀਂ ਡਾਇਬੀਟੀਜ਼ ਤੇ ਰਿਸਰਚ ਕਰੋ। ਸੋ ਸਮਝਣਾ ਕਿੱਥੋਂ ਹੈ ਗੁਰੂ ਨੂੰ। ਸੌਰੀ, ਕੈਨ ਯੂ ਲਿਸਨ ਮੀ, ਕਿਉਂਕਿ ਮੇਰੇ ਕੰਪਿਊਟਰ ਤੋਂ। ਜੀ ਅੰਕਲ। ਓਕੇ, ਥੈਂਕ ਯੂ। ਸੋ ਦੇਅਰਫੋਰ ਗੁਰੂ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ, ਉਹ ਮੰਨਣ 'ਚ ਹੀ ਮਜ਼ਾ ਹੈ। ਕੀ ਸਮਝਾ ਰਿਹਾ ਹੈ, ਕੀ ਸਮਝਣਾ ਹੈ, ਉਹ ਆਪਣੇ ਆਪ ਗੁਰੂ ਵੇਖਦਾ, ਕਿਉਂਕਿ ਹਲੇ ਵੀ ਉਹਨਾਂ ਨੇ ਕਈ ਚੀਜ਼ਾਂ ਕਹੀਆਂ ਸੀ ਜਿਹੜੀਆਂ ਹਲੇ ਵੀ ਉਹਨਾਂ ਦੀ ਮਿਹਰ ਹੋਏਗੀ ਸਮਝ ਆਉਣਗੀਆਂ, ਕਿਉਂਕਿ ਆਪਣੇ ਮੋਟੀ ਬੁੱਧੀ ਨਾਲ ਤਾਂ ਜੋ ਸਮਝਿਆ ਉਹ ਤੇ ਨਹੀਂ, ਉਹਨਾਂ ਤਾਂ ਸਮਝਾਤਾ ਉਹਨਾਂ ਨੇ। ਸੋ ਟਿਲ that time, yes, even now it is an effortless journey. ਸਿੰਪਲ ਜਿਹੜੇ ਉਹਨਾਂ ਨੇ ਜੇ ਨਿਸਕਾਰ ਜੋ ਥੋੜਾ ਬਹੁਤ ਮੋਟੀ ਬੁੱਧੀ 'ਚ ਪਿਆ, ਇਹ ਹੈ ਕਿ ਉਹਨਾਂ ਨੇ ਹਿਊਮਨ ਫਾਰਮ ਇਹਦੇ ਵਾਸਤੇ ਕੀਤੀ ਕਿ ਉਹਨਾਂ ਨਾਲ ਪਿਆਰ ਕਰੋ, ਰੱਬ ਨਾਲ ਪਿਆਰ ਕਰੋ। ਫੇਥ ਉਹ ਦੇ ਦਿੰਦੇ ਹੈ। ਜਿਸ ਤਰ੍ਹਾਂ ਬੱਚਾ ਮਾਪਿਆਂ ਨੂੰ ਪਿਆਰ ਕਰਦਾ ਨਾ ਬਚਪਨ 'ਚ, ਜਿਹੜੇ ਉਸ ਤੋਂ ਵੀ ਵੱਡੇ ਮਾਪੇ ਨੇ, ਜਿਹੜੇ ਅਗਲਾ ਜਨਮ ਵੀ ਤੇ ਪਿਛਲਾ ਜਨਮ ਵੀ ਸਵਾਰਦੇ ਨੇ, ਉਹਨਾਂ ਦੇ ਨਾਲ ਪਿਆਰ ਕਰੋ, ਬਾਕੀ ਉਹ ਸੰਭਾਲ ਲੈਂਦੇ ਆ। ਫੇਥ ਕਰਮਾਂ ਦੇ, ਇਹਦੇ ਵਾਸਤੇ ਕਰਮ ਇਜ਼ ਨਾਟ ਇੰਪੋਰਟੈਂਟ, ਬਾਈ ਹਿਸ ਗ੍ਰੇਸ ਦੈਟ ਵੀ ਹੈਵ ਸੀਨ, ਕਿਉਂਕਿ ਕਰਮ ਤੇ ਮੇਰੇ ਕੋਈ ਵੀ ਚੰਗੇ ਨਹੀਂ ਹੈ, ਹੋਣਗੇ ਵੀ ਤੇ ਮਤਲਬ I can count them on 1 or 2 fingertips, ਪਰ ਫਿਰ ਵੀ ਰੱਬ ਹੈਗਾ, ਰੋਜ਼ ਹੈਗਾ, ਹਰ ਵੇਲੇ ਹੈਗਾ, ਉਹ ਉਹਨਾਂ ਦੀ ਮਿਹਰ ਤੇ ਨਿਆਮਤ ਹੈ। So that is what has been my journey, and by his grace it continues, and ਸਾਡੀ blessing ਇਹ ਹੈ ਕਿ ਸੰਗਤ ਜੁੜਦੀ ਰਹੇ, ਸੰਗਤ ਆਂਦੀ ਰਹੇ। ਡਾਕਟਰੀ ਤੇ ਗੁਰੂ ਜੀ ਨੇ ਇੱਕ ਹੀ ਦਿਨ ਦੱਸਤੀ ਸੀ, ਬੈਠੇ ਸੀ ਛੋਟੇ ਮੰਦਿਰ 'ਚ, ਤੇ ਗੁਰੂ ਜੀ ਨੇ ਗੱਲਾਂ ਕੀਤੀਆਂ,
ਉਹਦੇ ਫਿਰ ਇੱਕ ਹੋਰ ਸੰਗਤ ਦਾ ਆਇਆ ਕਿ ਡਾਕਟਰ ਕੋਲ ਘੁੰਮਿਆ, ਡਾਕਟਰ ਨੇ ਘੁਮਾਇਆ ਤੇ ਕੁਝ ਹੋਇਆ ਨਹੀਂ। ਐਂਡ ਦੈਨ ਗੁਰੂ ਜੀ ਨੇ ਗੁਰੂ ਜੀ ਦੇ ਜਿਹੜੇ ਫਾਰਮੂਲੇ ਹੁੰਦੇ ਸੀ, ਜਾਂ ਕਹਿ ਲਓ ਚਮਚ ਕਹਿ ਲਓ, ਜਾਂ ਕਾਪਰ ਟੰਬਲ ਕਹਿ ਲਓ, ਜਾਂ ਬਾਕੀ ਜਿਹੜੇ ਹੈਗੇ ਸੀ ਉਹਨਾਂ ਦੇ, ਸੋ ਉਹ ਹੁਕਮ ਦਿੱਤਾ, ਲੋਟੇ ਚ ਪਾਣੀ ਪੀਓ ਤੇ ਇਸ਼ਨਾਨ ਕਰੋ। ਐਂਡ ਜੋ ਡਾਕਟਰ ਨਹੀਂ ਕਰ ਪਾਏ ਉਹ ਹੋ ਗਿਆ। ਐਂਡ ਗੁਰੂ ਜੀ ਅਗੇਨ ਸਮਾਈਲਡ ਐਂਡ ਸੈਡ, ਦੇਖਿਆ ਡਾਕਟਰ ਮਿਸਤਰੀ ਹੁੰਦੇ ਆ, ਬਸ ਕਰਨਾ ਤੇ ਮੈਂ। ਐਂਡ ਆਈ ਰਿਮੈਂਬਰ ਵਾਟ ਆਈ ਸੈਡ ਕਿ ਗੁਰੂ ਜੀ ਮਿਸਤਰੀ ਵੀ ਕੀ ਹੁੰਦੇ ਆ, ਅਸੀਂ ਤਾਂ ਲੇਬਰਰ ਹੁੰਦੇ ਆ। ਮਿਸਤਰੀ ਨੂੰ ਥੋੜਾ ਪਤਾ ਹੁੰਦਾ ਕਿ ਕਿੱਥੇ ਕਿੰਨਾ ਚੋਟ ਨਾਲ ਮਾਰਨਾ। ਕਦੀ ਕਦੀ ਡਾਕਟਰ ਤੇ ਉਹ ਵੀ ਨਹੀਂ ਜਾਣਦਾ, ਬਸ ਜਿਸ ਤਰ੍ਹਾਂ ਹਥੌੜਾ ਲੈ ਕੇ ਮਾਰਨਾ ਉਹੀ ਮਾਰਨਾ। ਸੋ ਵੈਰੀ ਸਟਲੀ ਬੜੇ ਪਿਆਰ ਨਾਲ ਸਮਝਾਉਂਦੇ ਸੀ ਕਿ ਤੁਸੀਂ ਰੱਬ ਦੇ ਵਿੱਚ ਹੋ, ਰੱਬ ਤੁਹਾਡੇ ਵਿੱਚ ਆਇਆ ਹੋਇਆ। ਤਾਂ ਹੀ ਕਹਿੰਦੇ ਸੀ ਕਿ ਇਫਸ ਐਂਡ ਬਟਸ ਛੱਡੋ, ਕਿਉਂਕਿ ਵੇਖੋ ਜੇ ਰੱਬ ਨਹੀਂ ਮਿਲਿਆ, ਖੋਜ ਰਹੇ ਹੋ ਠੀਕ ਹੈ, ਜੇ ਤੁਹਾਡੇ ਸਾਹਮਣੇ ਬੈਠਾ ਹੈ, ਜੋ ਕਈ ਜ਼ਿੰਦਗੀਆਂ 'ਚ ਸਮਝ ਨਹੀਂ ਆਇਆ, ਜੋ ਕਈ ਗ੍ਰੰਥਾਂ 'ਚ ਸਮਝ ਨਹੀਂ ਆਇਆ, ਉਹ ਤੁਹਾਡੇ ਨਾਲ ਆ ਕੇ ਬੈਠਾ, ਤੁਹਾਡੇ ਨਾਲ ਆ ਕੇ ਖਾ ਪੀ ਰਿਹਾ, ਸਾਰਾ ਕਰ ਰਿਹਾ। ਉਹਦੇ 'ਚ ਵੀ ਤੁਸੀਂ ਇਫ ਐਂਡ ਬਟ 'ਚ ਟਾਈਮ ਕੱਢਣਾ ਹੈ। ਮਤਲਬ ਫਿਰ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਗੁਰੂ ਜੀ ਨੇ ਤਾਂ ਫਿਰ ਉੱਥੇ ਮਿਹਰ ਕੀਤੀ ਹੈ, ਜਦੋਂ ਨਹੀਂ ਸੀ ਬੁੱਧੀ, ਜਦੋਂ ਉਹਨਾਂ ਨੂੰ ਗੁਰੂ ਹੀ ਮੰਨਿਆ ਸੀ ਹੱਲੇ, ਜਾਂ ਜਦੋਂ ਗੁਰੂ ਵੀ ਨਹੀਂ ਸਮਝ ਆਇਆ ਸੀ, ਉਦੋਂ ਵੀ ਕਲਿਆਣ ਕਰ ਰਹੇ ਸੀ, ਉਦੋਂ ਵੀ ਬੁੱਧੀ ਸਾਫ਼ ਕਰ ਰਹੇ ਸੀ, ਉਦੋਂ ਵੀ ਅਗਲੇ ਸਟੈਪ ਵਾਸਤੇ ਲੈ ਕੇ ਜਾ ਰਹੇ ਸੀ। ਤੇ ਸਾਡੇ ਗੁਰੂ ਦੀ ਖੂਬਸੂਰਤੀ ਤੇ ਇਹ ਕਿ ਜਿੱਥੇ ਤੁਸੀਂ ਹੈਗੇ ਹੋ ਉੱਥੇ ਹੀ ਫੜ ਲੈਂਦੇ ਤੁਹਾਨੂੰ, ਉੱਥੇ ਤੁਹਾਡੀ ਬਾਂਹ ਫੜਦੇ, ਫੇਰ ਚਲਾਉਂਦੇ। ਪਰ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਾਹਮਣੇ ਕੋਸਮੋਸ ਕਹਿ ਲਓ, ਰੱਬ ਕਹਿ ਲਓ, ਸਭ ਦਾ ਨਿਸਤਾਰ ਤੁਹਾਡੇ ਸਾਹਮਣੇ ਬੈਠਾ ਹੈ, ਫਿਰ ਕਿ ਮੇਰੇ 'ਚ ਫੇਥ ਨਹੀਂ ਆਇਆ ਤੇ ਮੈਂ ਹਲੇ ਇਹ ਟੈਸਟ ਕਰਨਾ ਹੈ, ਜਾਂ ਇਸ ਤਰ੍ਹਾਂ ਹੋਏਗਾ, ਇਹ ਕਰਾਂਗੇ, ਆਪਣੇ ਟਾਈਮ ਜਾਇਆ ਕਰਨਾ। ਇਹਦੇ ਵਾਸਤੇ ਉਹਨਾਂ ਦੀ ਮਿਹਰ ਨੂੰ ਮੰਨੋ। ਉਹਨਾਂ ਦੀ ਮਿਹਰ ਇਹੀ ਹੈ ਕਿ ਦਿਮਾਗ ਤੋਂ ਛੱਡੋ, ਦਿਲ ਨਾਲ ਜੁੜੋ। ਇਫਸ ਬਟਸ ਲੌਜਿਕ ਸਭ ਟੱਠੇ ਖੂਚ, ਚਰਨ ਫੜ लो, अपने आप जिंदगी फिर अगे चलती है। जय गुरु जी। जय गुरु जी। अंकल अंकल अगर कुछ और भी सत्संग अगर आप शेयर करना चाहें कर सकते हैं। ओके, इट्स 1 hour, yes. Well, what I can say is even now we again did not have, we are now blessed with a daughter, and that is again every bit he's doing. And we had, we have done all what you could say in the medical world, you could say in all parlances, to say peer, fakir, taweej, doctors and everything. But that again his meher, and we have named her Meher as well. And she has her own connection with Guruji, and he has blessed her with visions, and we learn from her. ਕਹਿੰਦੇ ਨਾ ਬੱਚਿਆਂ ਦੀ ਭਗਤੀ ਸੱਚੀ ਹੁੰਦੀ ਹੈ, and so she keeps us tight, and we have been blessed again, his blessings, and we count our blessings every day, and she shows us what perhaps our adult minds do not know. सुने अंकल, गुरु जी इन्ना ही हुक्म है, हले ते आई एम गोइंग ब्लैंक। जय गुरु जी।